ਪ੍ਰਭੂ ਜੀ ਤੇਰਾ ਸ਼ੁਕਰ ਕਰਦੇ ਹਾਂ ਕਿ ਤੂੰ ਤਰ੍ਹਾਂ ਤਰ੍ਹਾਂ ਦੇ ਨਾਲ ਸਾਨੂੰ ਆਪਣਾ ਰਾਹ ਦਿਖਾਉਣਾ। ਤਰੀਕੇ ਤਰੀਕੇ ਦੇ ਨਾਲ ਮੇਰੇ ਮਾਲਕ ਤੂੰ ਸਾਡਿਆਂ ਰਸਤਿਆਂ ਨੂੰ ਸਿੱਧਾ ਕਰਨਾ। ਔਰ ਸੱਚਮੁੱਚ ਤੂੰ ਸਾਨੂੰ ਆਪਣੀ ਹਜ਼ੂਰੀ ਦੀਆਂ ਉਹਨਾਂ ਉਚਾਈਆਂ ਦੇ ਵਿੱਚ ਲੈ ਕੇ ਜਾਣਾ ਮੰਗਦਾ ਖੁਦਾਵੰਦ, ਜਿੱਥੇ ਅਸੀਂ ਦੁਨੀਆ ਦੇ ਫਿਕਰਾਂ ਨੂੰ ਭੁੱਲ ਕੇ ਆਪਣਾ ਧਿਆਨ ਤੇਰੇ ਵੱਲ ਨੂੰ ਲਾਈਏ। ਇਹ ਸਮਾਂ ਜੋ ਮਾਲਕ ਆ ਰਿਹਾ, ਇਹ ਥੋੜ੍ਹਾ ਜਿਹਾ ਸਮਾਂ ਜਿਸ ਦੇ ਵਿੱਚ ਅਸੀਂ ਵਚਨ ਦੇ ਵੱਲ ਧਿਆਨ ਕਰਾਂਗੇ। ਪ੍ਰਭੂ ਜੀ ਸਾਡਾ ਧਿਆਨ ਸਾਡੀਆਂ ਮੁਸੀਬਤਾਂ, ਸਾਡੇ ਹਾਲਾਤਾਂ, ਸਾਡੀ ਹਾਲਤਾਂ ਤੋਂ ਦੂਰ ਕਰ, ਤਾਂ ਕਿ ਅਸੀਂ ਆਪਣਾ ਧਿਆਨ ਉਸ ਵੱਡੇ ਦਿਨ ਦੀ ਤਿਆਰੀ ਵੱਲ ਲਾਈਏ ਜੋ ਆ ਰਿਹਾ, ਜੋ ਸੱਚਾਈ ਆ। ਵਚਨ ਨੂੰ ਪ੍ਰਭੂ ਜੀ ਆਪਣੇ ਪਵਿੱਤਰ ਆਤਮਾ ਦੇ ਨਾਲ ਪਵਿੱਤਰ ਕਰ, ਸੁਣਨ ਵਾਲੇ ਕੰਨਾਂ ਨੂੰ ਛੂ। ਮੇਰੇ ਤੇ ਵੀ ਰਹਿਮ ਕਰ ਪ੍ਰਭੂ ਜੀ, ਕੀਤੀ ਤਿਆਰੀ ਤੋਂ ਕਿਤੇ ਅੱਗੇ ਦੇਣਾ, ਤਾਂ ਕਿ ਪ੍ਰਭੂ ਜੀ ਮੈਂ ਵੀ ਜਾਣ ਸਕਾਂ ਕਿ ਮੇਰੇ ਲਈ ਵੀ ਇਸ ਦੇ ਵਿੱਚ ਕੁਛ ਰੱਖਿਆ। ਆਪਣੇ ਬੱਚਿਆਂ ਦੇ ਉੱਤੇ ਪ੍ਰਭੂ ਜੀ ਤੂੰ ਆਪਣਾ ਦਇਆ ਭਰਾ ਹੱਥ ਰੱਖ। ਔਰ ਹੁਣ ਜਦ ਅਸੀਂ ਤੇਰਾ ਵਚਨ ਪੜ੍ਹੀਏ ਤਾਂ ਸਾਡਾ ਧਿਆਨ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਵੱਲ ਜਾਏ। ਯਿਸੂ ਦੇ ਧਿਆਨ ਦੇ ਵਿੱਚ ਅਸੀਂ ਪ੍ਰਭੂ ਜੀ ਲੀਨ ਹੋਈਏ। ਇਹ ਸਭ ਕੁਝ ਅਸੀਂ ਆਪਣੇ ਪ੍ਰਭੂ ਦੇ ਨਾਮ ਯਿਸੂ ਦੇ ਨਾਮ 'ਚ ਮੰਗਦੇ ਹਾਂ। ਔਰ ਸਾਰੀ ਸੰਗਤ ਕਹੇ ਆਮੇਨ। ਸਾਨੂੰ ਪਤਾ ਕਿ ਗੁੱਡ ਫਰਾਈਡੇ ਆ ਰਿਹਾ, ਪ੍ਰਭੂ ਯਿਸੂ ਮਸੀਹ ਦਾ ਉਹ ਪਵਿੱਤਰ ਦਿਨ ਆ ਰਿਹਾ ਜਿਸ ਦਿਨ ਉਹ ਮੌਤ ਨੂੰ ਪਛਾੜ ਕੇ ਜੀ ਉੱਠਿਆ। ਉਸ ਦਿਨ ਨੂੰ ਅਸੀਂ ਮਨਾਉਣ ਜਾ ਰਹੇ ਹਾਂ ਜਿਸ ਦਿਨ ਉਸਨੇ ਮੌਤ ਨੂੰ ਮੌਤ ਦਿੱਤੀ। ਔਰ ਉਸ ਦਿਨ ਨੂੰ ਅਸੀਂ ਮਨਾਉਣ ਜਾ ਰਹੇ ਹਾਂ ਜਿਸ ਦਿਨ ਉਹ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ। ਇਸ ਸਾਲ April 6 ਨੂੰ ਈਸਟਰ ਸੰਡੇ ਆ। ਔਰ ਉਸ ਦਿਨ ਅਸੀਂ ਆਪਣੇ ਭੈਣ ਭਰਾਵਾਂ ਨੂੰ ਵੱਧ ਤੋਂ ਵੱਧ ਇਨਵਾਈਟ ਕਰੀਏ ਕਿ ਉਹ ਆ ਸਕਣ ਔਰ ਸਾਡੇ ਨਾਲ ਇਸ ਵੱਡੇ ਦਿਹਾੜੇ ਨੂੰ ਮਨਾ ਸਕਣ। ਅਗਲੇ ਹਫਤੇ ਤਾਈਂ ਅਸੀਂ ਇਨਵੀਟੇਸ਼ਨ ਤਿਆਰ ਕਰ ਦਿਆਂਗੇ ਤਾਂ ਕਿ ਅਸੀਂ ਆਪਣੇ ਭੈਣ ਭਰਾਵਾਂ ਨੂੰ ਸੱਦਾ ਦੇ ਸਕੀਏ। ਲੇਕਿਨ ਗੁੱਡ ਫਰਾਈਡੇ ਇੱਕ ਐਸਾ ਦਿਨ ਆ ਜੋ ਵਿਸ਼ਵਾਸੀਆਂ ਦੇ ਲਈ ਆ, ਕਿਉਂਕਿ ਉਹ ਦਿਨ ਇੱਕ ਐਸਾ ਆ ਜਿਸ ਦਿਨ ਅਸੀਂ ਇੱਕ ਮੌਤ ਦੀ ਵੀ ਖੁਸ਼ੀ ਮਨਾਉਂਦੇ ਹਾਂ। ਅੱਜ ਮੈਂ ਬੱਚਿਆਂ ਦੀ ਜੋ ਸਵੇਰ ਦੀ ਸਟੱਡੀ ਹੁੰਦੀ ਆ ਉਸ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਉਸ ਬੰਦੇ ਨੇ ਕਿਹਾ ਕਿ ਅਸੀਂ ਇੱਕ ਐਸਾ ਦੁਨੀਆ ਦੇ ਵਿੱਚ ਧਰਮ ਆ ਜੋ ਮੌਤ ਨੂੰ ਮਨਾਉਂਦਾ, ਜੋ ਆਪਣੇ ਜੋ ਸਾਡਾ ਕਰਤਾ ਆ, ਜੋ ਸ਼ੁਰੂ ਜਿਸ ਨੇ ਜਿਸ ਦੇ ਵਿੱਚ ਅਸੀਂ ਵਿਸ਼ਵਾਸ ਕਰਦੇ ਹਾਂ, ਸਾਡੇ ਵਿਸ਼ਵਾਸ ਦਾ ਹੀ ਜੋ ਸ਼ੁਰੂਆਤ ਆ, ਅਸੀਂ ਇੱਕ ਐਸੇ ਹਾਂ ਜੋ ਉਸ ਦੀ ਮੌਤ ਦੀ ਵੀ ਖੁਸ਼ੀ ਮਨਾਉਂਦੇ ਹਾਂ, ਕਿਉਂਕਿ ਉਸ ਦੀ ਮੌਤ ਦੇ ਵਿੱਚ ਇੱਕ ਪਰਪਸ ਆ। ਲੇਕਿਨ ਉਸ ਮੌਤ ਦੇ ਦਿਨ ਤੋਂ ਪਹਿਲਾਂ ਜਿਸ ਵੇਲੇ ਸਾਡੇ ਪ੍ਰਭੂ ਨੂੰ ਪਤਾ ਸੀਗਾ ਕਿ ਇਹ ਦਿਨ ਆ ਰਿਹਾ ਔਰ ਉਹਨਾਂ ਨੂੰ ਸਲੀਬੀ ਮੌਤ ਦਿੱਤੀ ਜਾਏਗੀ, ਇਸ ਲਾਸਟ ਮਹੀਨੇ, ਇਸ ਆਖਰੀ ਮਹੀਨੇ, 1.5 ਮਹੀਨੇ ਦੇ ਵਿੱਚ ਉਸਨੇ ਆਪਣੇ ਚੇਲਿਆਂ ਨੂੰ ਖਾਸ ਸਿੱਖਿਆਵਾਂ ਦਿੱਤੀਆਂ, ਜਿਨ੍ਹਾਂ ਦੇ ਵਿੱਚ ਅਸੀਂ ਬਹੁਤ ਸਾਰੀਆਂ ਦੇਖ ਚੁੱਕੇ ਹਾਂ, ਜਿਨ੍ਹਾਂ ਦੇ ਵਿੱਚ ਅਸੀਂ ਦੇਖਿਆ ਕਿ ਉਸਨੇ ਸਾਨੂੰ ਦੁਆ ਦੇ ਬਾਰੇ ਸਿਖਾਇਆ ਕਿ ਸਾਨੂੰ ਹਮੇਸ਼ਾ ਦੁਆ ਕਰਦੇ ਰਹਿਣਾ ਚਾਹੀਦਾ। ਫਿਰ ਉਸਨੇ ਸਾਨੂੰ ਦਿਖਾਇਆ ਕਿ ਕੋਈ ਦੁਆ ਜਿਹੜਾ ਇਨਸਾਨ ਕਰ ਰਿਹਾ ਉਸ ਦੇ ਵਿੱਚ ਹਮੇਸ਼ਾ ਅੜਚਣਾਂ ਹੋਣਗੀਆਂ। ਜੇ ਅਸੀਂ ਇਹ ਕਹੀਏ ਕਿ ਦੁਆ ਕਰਨ ਅਸੀਂ ਬੈਠ ਗਏ ਤਾਂ ਅੜਚਣ ਨਹੀਂ ਕੋਈ ਆਏਗੀ, ਕਿਉਂਕਿ ਅਸੀਂ ਪ੍ਰਭੂ ਦੇ ਲੱਗੇ ਦੁਆ ਕਰਨ ਬੈਠੇ ਹਾਂ। ਨੋ, ਹਰੇਕ ਦੁਆ ਦੇ ਵਿੱਚ ਅੜਚਣਾਂ ਆਉਂਦੀਆਂ। ਔਰ ਅੱਜ ਅਸੀਂ ਉਸ ਸਮੇਂ ਨੂੰ ਦੇਖਣ ਜਾ ਰਹੇ ਹਾਂ ਜਿਸ ਵੇਲੇ ਚੇਲਿਆਂ ਨੇ ਇੱਕ ਖਾਸ ਸਵਾਲ ਪ੍ਰਭੂ ਯਿਸੂ ਮਸੀਹ ਤੋਂ ਪੁੱਛਿਆ। ਜਿਸ ਵੇਲੇ ਅਸੀਂ ਮੱਤੀ ਦਾ 24ਵਾਂ ਭਾਵ ਕੱਢਦੇ ਹਾਂ, ਔਰ ਮੈਂ ਤੁਹਾਨੂੰ ਕਹੂੰਗਾ ਕਿ ਵਚਨ ਦੇ ਵਿੱਚੋਂ 24ਵੇਂ ਭਾਵ ਨੂੰ ਕੱਢੋ ਔਰ ਇੱਥੋਂ ਤੁਹਾਨੂੰ ਬਰਕਤ ਮਿਲੇਗੀ। ਜਿਸ ਵੇਲੇ ਅਸੀਂ ਮੱਤੀ ਦਾ 24ਵਾਂ ਭਾਵ ਕੱਢਦੇ ਹਾਂ ਤੇ ਇੱਥੋਂ ਸਾਨੂੰ ਇਹ ਪਤਾ ਲੱਗਦਾ, ਇਸ ਦੇ ਵਿੱਚੋਂ ਸਾਨੂੰ ਪਤਾ ਲੱਗਦਾ, ਮੈਥਿਊ ਚੈਪਟਰ 24 ਦੇ ਵਿੱਚੋਂ ਸਾਨੂੰ ਪਤਾ ਲੱਗਦਾ
ਕਿ ਪ੍ਰਭੂ ਨੇ ਆਪਣੇ ਚੇਲਿਆਂ ਦਾ ਦਿਲ ਉਸ ਆਉਣ ਵਾਲੇ ਦਿਨ ਦੇ ਲਈ ਤਿਆਰ ਕੀਤਾ। ਉਹਨਾਂ ਦਾ ਦਿਲ ਉਸ ਆਉਣ ਵਾਲੇ ਦਿਨ ਦੇ ਲਈ ਤਿਆਰ ਕੀਤਾ ਜੋ ਬੜੀ ਜਲਦੀ ਦੇ ਨਾਲ ਆ ਰਿਹਾ। ਸਾਡੇ ਵਿੱਚੋਂ ਇਹ ਅੰਤਮ ਦਿਨਾਂ ਦੀਆਂ ਸਿੱਖਿਆਵਾਂ ਪ੍ਰਭੂ ਦੇ ਰਹੇ ਆ। ਸਾਡੇ ਵਿੱਚੋਂ ਕਈ ਕਹਿੰਦੇ ਆ ਕਿ 2000 ਸਾਲ ਪਹਿਲਾਂ ਇਹ ਸਿੱਖਿਆਵਾਂ ਦਿੱਤੀਆਂ, ਦਿਨ ਤਾਂ ਹਾਲੇ ਆਇਆ ਨਹੀਂ। ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਪ੍ਰਭੂ ਦੇ ਲਈ 1000 ਦਿਨ 1000 ਸਾਲ ਇੱਕ ਦਿਨ ਦੇ ਬਰਾਬਰ ਆ। ਹਾਲੇ 2 ਦਿਨ ਹੀ ਪੂਰੇ ਹੋਏ ਆ ਪ੍ਰਭੂ ਦੇ ਅਨੁਸਾਰ। ਜੋ ਪ੍ਰਭੂ ਦੀ ਗਿਣਤੀ ਆ ਉਹਦੇ ਅਨੁਸਾਰ ਇਹ ਸਿੱਖਿਆ ਦਿੱਤੇ ਨੂੰ ਸਿਰਫ 2 ਦਿਨ ਹੋਏ ਆ। ਸਾਡੀਆਂ ਉਮਰਾਂ ਛੋਟੀਆਂ ਆ। ਇਨਸਾਨ ਨੂੰ ਵੀ 100 ਸਾਲ ਜੀਣ ਦੇ ਲਈ ਨਹੀਂ ਸੀ ਬਣਾਇਆ ਗਿਆ। ਉਸ ਨੂੰ ਕਿਹਾ ਗਿਆ ਸੀ ਕਿ ਜਿਸ ਦਿਨ ਤੂੰ ਪਾਪ ਕਰੇਂਗਾ ਉਸੇ ਦਿਨ ਤੂੰ ਮਰ ਜਾਏਂਗਾ। ਔਰ ਅਸੀਂ ਵਚਨ ਦੇ ਵਿੱਚ ਦੇਖਦੇ ਹਾਂ ਕਿ ਅਸੀਂ ਕਹਿੰਦੇ ਬਜ਼ੁਰਗਾਂ ਦੀਆਂ ਉਮਰਾਂ ਤੇ ਐਡੀਆਂ ਲੰਬੀਆਂ ਹੋਈਆਂ, ਕਿਸੇ ਦੀ 900 ਸਾਲ, ਕਿਸੇ ਦੀ 930 ਸਾਲ, ਕੋਈ 777 ਸਾਲ, ਪਰ ਕੋਈ ਵੀ 1000 ਸਾਲ ਨਹੀਂ ਜੀਆ। ਜਿਸ ਦਿਨ ਪਾਪ ਕੀਤਾ ਉਸ ਦਿਨ ਮਰ ਗਏ। ਪ੍ਰਭੂ ਦੇ ਕੈਲੰਡਰ ਦੇ ਹਿਸਾਬ ਦੇ ਨਾਲ ਉਹ ਇੱਕ ਦਿਨ ਦੇ ਵਿੱਚ ਮਰ ਗਏ। ਇਹ ਸਿੱਖਿਆਵਾਂ ਦਿੱਤੀਆਂ ਨੂੰ ਵੀ ਸਿਰਫ 2 ਦਿਨ ਹੋਏ ਆ। ਜਿਸ ਤਰ੍ਹਾਂ ਉਹ ਤਾਜ਼ੀਆਂ ਉਸ ਦਿਨ ਸੀ, ਅੱਜ ਹੀ ਤਾਜ਼ੀਆਂ ਇਸ ਦਿਨ ਆ। ਸੋ ਆਓ ਆਪਣਾ ਧਿਆਨ ਲਾਈਏ ਕਿ ਇਸ ਅੰਤਮ ਦਿਨਾਂ ਦੇ ਵਿੱਚ ਅਸੀਂ ਆਪਣੇ ਮਨ ਨੂੰ ਕਿਸ ਤਰ੍ਹਾਂ ਪ੍ਰਭੂ ਦੇ ਲਈ ਤਿਆਰ ਰੱਖਣਾ, ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਪ੍ਰਭੂ ਦੀ ਹਜ਼ੂਰੀ ਦੇ ਲਈ ਤਿਆਰ ਰੱਖਣਾ, ਕਿੱਦਾਂ ਅਸੀਂ ਉਸ ਪਵਿੱਤਰ ਦਿਨ ਜਿਸ ਦੇ ਇੰਤਜ਼ਾਰ ਦੇ ਵਿੱਚ ਅਸੀਂ ਹਾਂ ਔਰ ਜਿਸ ਦੇ ਉੱਤੇ ਬਹੁਤ ਸਾਰੇ ਲੋਕ ਹੱਸ ਰਹੇ ਆ, ਬਹੁਤ ਸਾਰੇ ਲੋਕ ਉਸ ਦਿਨ ਦਾ ਮਜ਼ਾਕ ਉਡਾ ਰਹੇ ਆ, ਪਰ ਕਿਸ ਤਰ੍ਹਾਂ ਉਹ ਦਿਨ ਸਾਡੇ ਲਈ ਬਰਕਤ ਵਾਲਾ ਔਰ ਉਹ ਦਿਨ ਆ ਰਿਹਾ। ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਯਿਸੂ ਮੰਦਿਰ ਤੋਂ ਨਿਕਲ ਕੇ ਜਾ ਰਹੇ ਸਨ ਤਾਂ ਉਹਨਾਂ ਦੇ ਚੇਲੇ ਉਹਨਾਂ ਦੇ ਕੋਲ ਆਏ ਕਿ ਉਹਨਾਂ ਨੂੰ ਮੰਦਿਰ ਦੀਆਂ ਇਮਾਰਤਾਂ ਦਿਖਾਉਣ। ਪਰ ਯਿਸੂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਸਭ ਕੁਝ ਦੇਖ ਰਹੇ ਹੋ, ਹਾਂ, ਪਰ ਇੱਥੇ ਪੱਥਰ ਦੇ ਉੱਤੇ ਪੱਥਰ ਨਹੀਂ ਰਹਿ ਜਾਵੇਗਾ ਜੋ ਬਰਬਾਦ ਨਾ ਕੀਤਾ ਜਾਏਗਾ। ਫਿਰ ਜਦੋਂ ਯਿਸੂ ਯੈਤੂਨ ਦੇ ਪਹਾੜ ਤੇ ਬੈਠੇ ਹੋਏ ਸਨ ਤਾਂ ਚੇਲੇ ਉਹਨਾਂ ਦੇ ਕੋਲ ਇਕਾਂਤ ਦੇ ਵਿੱਚ ਆਏ ਤੇ ਪੁੱਛਣ ਲੱਗੇ, ਸਾਨੂੰ ਦੱਸੋ ਇਹ ਸਭ ਗੱਲਾਂ ਕਦੋਂ ਹੋਣਗੀਆਂ? ਤੁਹਾਡਾ ਦੂਜੀ ਵਾਰ ਆਉਣ ਦਾ ਅਤੇ ਇਸ ਯੁੱਗ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ? ਅਗਰ ਇਸ ਨੂੰ ਸਵਾਲ ਨੂੰ ਧਿਆਨ ਦੇ ਨਾਲ ਦੇਖੀਏ ਤਾਂ ਪ੍ਰਭੂ ਯਿਸੂ ਮਸੀਹ ਨੇ ਅੱਗੇ ਜੋ ਵੀ ਚੀਜ਼ਾਂ ਉਹਨਾਂ ਨੂੰ ਦੱਸੀਆਂ ਔਰ ਸਾਨੂੰ ਦੱਸੀਆਂ, ਇਸ ਸਵਾਲ ਦਾ ਜਵਾਬ ਆ। ਇਹ ਸਾਰਾ ਦਾ ਸਾਰਾ ਪੋਰਸ਼ਨ ਜਿਹੜਾ ਅਸੀਂ ਪੜ੍ਹਨ ਜਾ ਰਹੇ ਹਾਂ, ਇਹ ਸਾਰੇ ਦੇ ਸਾਰੇ ਪੋਰਸ਼ਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਇਹਨਾਂ ਗੱਲਾਂ ਦਾ ਜਵਾਬ ਦਿੱਤਾ ਕਿ ਇਹ ਗੱਲਾਂ ਕਦੋਂ ਹੋਣਗੀਆਂ, ਤੁਹਾਡਾ ਦੂਜੀ ਵਾਰੀ ਆਉਣ ਦਾ ਔਰ ਇਸ ਯੁੱਗ ਦੇ ਅੰਤ ਦਾ ਨਿਸ਼ਾਨ ਕੀ ਹੋਵੇਗਾ। ਜੋ ਸਵਾਲ ਉਹਨਾਂ ਨੂੰ ਕੀਤਾ ਗਿਆ ਉਸ ਦੇ ਜਵਾਬ ਦੇ ਵਿੱਚ ਸਭ ਤੋਂ ਜਿਹੜੀ ਪਹਿਲੀ ਚੀਜ਼ ਪ੍ਰਭੂ ਨੇ ਕਹੀ ਆ, ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਸਾਵਧਾਨ ਰਹਿਣਾ ਕਿ ਤੁਹਾਨੂੰ ਕੋਈ ਕੁਰਾਹੇ ਨਾ ਪਾ ਦੇਵੇ, ਤੁਹਾਨੂੰ ਕੋਈ ਕੁਰਾਹੇ ਨਾ ਪਾ ਦੇਵੇ। ਸਭ ਤੋਂ ਜਿਹੜੀ ਪਹਿਲੀ ਚੀਜ਼ ਪ੍ਰਭੂ ਦੇ ਮੂੰਹ ਦੇ ਵਿੱਚੋਂ ਜਵਾਬ ਦੇ ਵਿੱਚੋਂ ਨਿਕਲੀ ਆ ਉਹ ਹੈ ਕੁਰਾਹੇ ਪੈਣਾ। ਤੁਹਾਨੂੰ ਕੋਈ ਕੁਰਾਹੇ ਨਾ ਪਾ ਦੇਵੇ ਤਾਂ ਸਾਵਧਾਨ ਰਹਿਣਾ, ਤੁਹਾਨੂੰ ਕੋਈ ਕੁਰਾਹੇ ਨਾ ਪਾ ਦੇਵੇ। ਬਹੁਤ ਸਾਰੇ ਲੋਕੀ ਮੇਰੇ ਨਾਂ ਦੇ ਉੱਤੇ ਆਉਣਗੇ ਅਤੇ ਕਹਿਣਗੇ ਮੈਂ ਮਸੀਹ ਹਾਂ, ਅਤੇ ਬਹੁਤਿਆਂ ਨੂੰ ਕੁਰਾਹੇ ਪਾ ਦੇਣਗੇ। ਤੁਸੀਂ ਲੜਾਈਆਂ ਦੀਆਂ ਅਫਵਾਹਾਂ ਦੂਰੋਂ ਅਤੇ ਨੇੜਿਓਂ ਸੁਣੋਗੇ, ਪਰ ਸਾਵਧਾਨ, ਘਬਰਾਉਣਾ ਨਹੀਂ, ਕਿਉਂਕਿ ਇਹੋ ਜਿਹੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ, ਪਰ ਅੰਤ ਅਜੇ ਦੂਰ ਹੈ। ਕੌਮ ਕੌਮ ਦੇ ਵਿਰੁੱਧ ਖੜੀ ਹੋ ਜਾਵੇਗੀ ਅਤੇ ਰਾਜ ਰਾਜ ਦੇ ਉੱਤੇ ਚੜ੍ਹਾਈ ਕਰੇਗਾ। ਕਈ ਥਾਂ ਭੁਚਾਲ ਆਉਣਗੇ, ਅਕਾਲ ਪੈਣਗੇ, ਪਰ ਇਹ ਸਭ ਗੱਲਾਂ ਤਾਂ ਦੁੱਖਾਂ ਦੇ ਸ਼ੁਰੂ ਦੇ ਵਿੱਚ ਹੀ ਹੋਣਗੀਆਂ। ਸੋ ਪ੍ਰਭੂ ਨੇ ਉਹਨਾਂ ਨੂੰ ਨਿਸ਼ਾਨਾਤ ਦੱਸਣੇ ਸ਼ੁਰੂ ਕੀਤੇ, ਲੇਕਿਨ ਸਭ ਤੋਂ ਪਹਿਲੀ ਚੀਜ਼, ਇਸ ਤੋਂ ਪਹਿਲਾਂ ਨਿਸ਼ਾਨਾਤ ਦੱਸੇ ਜਾਣ, ਉਹਨਾਂ ਨੇ ਇਹ ਕਿਹਾ ਕਿ ਸਾਵਧਾਨ ਰਹਿਣਾ ਹਮੇਸ਼ਾ, ਔਰ ਤਾਂ ਕਿ ਤੁਹਾਨੂੰ ਕੋਈ ਕੁਰਾਹੇ ਨਾ ਪਾ ਦੇਵੇ। ਬਹੁਤ ਸਾਰੇ ਲੋਕੀ ਆਉਣਗੇ ਔਰ ਕਹਿਣਗੇ ਕਿ ਮੈਂ ਹੀ ਯਿਸੂ ਵੱਲੋਂ ਆ ਜਾਂ ਮੈਂ ਹੀ ਯਿਸੂ ਆ, ਔਰ ਬਹੁਤਿਆਂ ਨੂੰ ਕੁਰਾਹੇ ਪਾ ਦੇਣਗੇ। ਪਰ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ, ਧਰਤੀ ਦਾ ਕੀ ਹਾਲ ਹੋਏਗਾ, ਭੁਚਾਲ ਆਉਣਗੇ, ਇਨਸਾਨੀਅਤ ਦਾ ਕੀ ਹਾਲ ਹੋਏਗਾ, ਲੜਾਈਆਂ ਦੀਆਂ ਅਫਵਾਹਾਂ ਫੈਲਣਗੀਆਂ। ਕਿੱਦਾਂ ਅਸੀਂ ਕਹਿ ਸਕਦੇ ਹਾਂ? ਕੁਛ ਇੱਕ ਲੜਾਈਆਂ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖ ਸਕਦੇ ਹਾਂ। ਮਿਡਲ ਈਸਟ ਦੇ ਵਿੱਚ ਕਿਸ ਤਰ੍ਹਾਂ ਭਰਾ ਦਾ ਵੈਰੀ ਬਣਿਆ ਹੈ, ਭਰਾ ਨੂੰ ਕਤਲ ਕਰਕੇ ਕਹਿ ਰਿਹਾ ਕਿ ਰੱਬ ਦਾ ਕੰਮ ਕਰਦਾ ਪਿਆ।
ਅਫਗਾਹਾਂ ਕਿੱਦਾਂ ਕਹਿ ਸਕਦੇ ਹਾਂ? ਅਫਗਾਹਾਂ ਕਿ ਇੱਕ ਮੁਲਕ ਈਰਾਨ ਜਿਸ ਨੂੰ ਅਸੀਂ ਕਹਿੰਦੇ ਆ, ਉਹ ਐਟੋਮਿਕ ਬੰਬ ਬਣਾ ਰਿਹਾ ਔਰ ਸਾਰੀ ਦੀ ਸਾਰੀ ਦੁਨੀਆ ਉਸ ਦੇ ਉੱਤੇ ਐਟੋਮਿਕ ਬੰਬ ਚਲਾਉਣ ਨੂੰ ਤਿਆਰ ਆ, ਕਿ ਜਿਸ ਦਿਨ ਇਸ ਨੇ ਬਣਾ ਲਿਆ, ਬਣਾਉਣ ਵਾਲੇ ਥੋੜੇ ਲੇਕਿਨ ਜਿਹੜੀ ਗਰੀਬ ਜਨਤਾ ਜਿਹੜੀ ਮਰਨੀ ਆ ਉਹ ਕਿੰਨੇ ਹੋਣਗੇ। ਇਹਨੂੰ ਕਹਿੰਦੇ ਅਫਗਾਹਾਂ। ਅਫਗਾਹਾਂ ਫੈਲਣਗੀਆਂ, ਅੰਤ ਦੇ ਸਮੇਂ ਦੀਆਂ ਅਫਗਾਹਾਂ ਫੈਲਣਗੀਆਂ। ਪਰ ਤੁਸੀਂ ਇਹਨਾਂ ਗੱਲਾਂ ਤੋਂ ਬੜੇ ਧਿਆਨ ਦੇ ਨਾਲ ਰਹਿਣਾ, ਕਿਉਂਕਿ ਇਹ ਸਿਰਫ ਨਿਸ਼ਾਨੀਆਂ ਹੋਣਗੀਆਂ, ਅੰਤ ਹਜੇ ਦੂਰ ਆ। ਅਗਲੀ ਚੀਜ਼ ਪ੍ਰਭੂ ਨੇ ਦੱਸੀ ਕਿ ਉਸ ਸਮੇਂ ਲੋਕੀ ਤੁਹਾਨੂੰ ਘੋਰ ਪੀੜਾਂ ਦੇ ਵਿੱਚ ਪਾ ਦੇਣਗੇ। ਪਹਿਲੀ ਨਿਸ਼ਾਨੀ ਜੋ ਦੱਸੀ ਉਹ ਇਨਸਾਨੀਅਤ ਦਾ ਹਾਲ ਦੱਸਿਆ ਕੀ ਹੋਏਗਾ, ਧਰਤੀ ਤੇ ਕੀ ਕੁਛ ਹੋਏਗਾ। ਲੇਕਿਨ ਹੁਣ ਉਹਨਾਂ ਨੇ ਆਪਣਾ ਧਿਆਨ ਮਸੀਹੀਆਂ ਦੇ ਵੱਲ ਕੀਤਾ। ਜਿਹੜੇ ਲੋਕ ਪ੍ਰਭੂ ਯਿਸੂ ਮਸੀਹ ਦੇ ਮੂਹਰੇ ਬੈਠੇ ਆ, ਉਹਨਾਂ ਨੂੰ ਦੱਸ ਰਹੇ ਆ ਕਿ ਮਸੀਹੀਆਂ ਦਾ ਕਾ ਹਾਲ ਕੀ ਹੋਏਗਾ। ਉਸ ਸਮੇਂ ਲੋਕੀ ਤੁਹਾਨੂੰ ਘੋਰ ਪੀੜਾਂ ਦੇ ਵਿੱਚ ਸੌਂਪ ਦੇਣਗੇ ਅਤੇ ਕਤਲ ਕਰ ਦੇਣਗੇ। ਸਭ ਕੌਮਾਂ ਤੁਹਾਨੂੰ ਮੇਰੇ ਨਾਂ ਦੇ ਕਾਰਨ ਘਿਰਣਾ ਕਰਨਗੀਆਂ। ਬਹੁਤ ਸਾਰੇ ਆਪਣੇ ਵਿਸ਼ਵਾਸ ਤੋਂ ਫਿਰ ਜਾਣਗੇ, ਇੱਕ ਦੂਜੇ ਨਾਲ ਵਿਸ਼ਵਾਸਘਾਤ ਕਰਨਗੇ, ਇੱਕ ਦੂਜੇ ਨੂੰ ਘਿਰਣਾ ਕਰਨਗੇ। ਬਹੁਤ ਸਾਰੇ ਝੂਠੇ ਨਬੀ ਪੈਦਾ ਹੋ ਜਾਣਗੇ ਅਤੇ ਬਹੁਤਿਆਂ ਲੋਕਾਂ ਨੂੰ ਕੁਰਾਹੇ ਪਾ ਦੇਣਗੇ। ਬੇਨਾਮੀ ਇੱਥੋਂ ਤੱਕ ਵੱਧ ਜਾਵੇਗੀ ਕਿ ਬਹੁਤਿਆਂ ਦਾ ਪਿਆਰ ਠੰਡਾ ਪੈ ਜਾਵੇਗਾ। ਪਰ ਜੋ ਅੰਤ ਤੱਕ ਆਪਣੇ ਵਿਸ਼ਵਾਸ ਤੇ ਪੱਕਾ ਰਹੇਗਾ ਉਹ ਬਚਾਇਆ ਜਾਵੇਗਾ। ਪਰਮੇਸ਼ਵਰ ਦੇ ਰਾਜ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ ਸਭ ਮਾਨਵ ਜਾਤੀਆਂ ਦੇ ਸਾਹਮਣੇ ਗਵਾਹੀ ਦੇ ਤੌਰ ਤੇ ਸਾਰੇ ਸੰਸਾਰ ਦੇ ਵਿੱਚ ਕੀਤਾ ਜਾਵੇਗਾ ਔਰ ਫਿਰ ਅੰਤ ਆ ਜਾਵੇਗਾ। ਕੀ ਉਸਨੇ ਦੱਸਿਆ? ਦੇਖੋ ਧਿਆਨ ਦੇ ਨਾਲ, ਕਿ ਤੁਹਾਨੂੰ ਘੋਰ ਪੀੜਾਂ ਦੇ ਵਿੱਚ ਪਾ ਦੇਣਗੇ। ਸਾਡੀ ਬੱਚੀ ਨੇ ਹੁਣੇ ਗਵਾਹੀ ਦਿੱਤੀ ਆ ਕਿ ਕਿਸ ਤਰ੍ਹਾਂ ਇੱਕ ਕਲਾਸ ਦੇ ਵਿੱਚ ਉਹ ਬੈਠੀ ਆ, ਕੱਲੀ ਵਿਸ਼ਵਾਸੀ ਬੈਠੀ ਆ। ਹੋ ਸਕਦਾ ਉੱਥੇ ਹੋਰ ਵੀ ਵਿਸ਼ਵਾਸੀ ਹੋਣ, ਹੋਰ ਵੀ ਵਿਸ਼ਵਾਸੀ ਉੱਥੇ ਬੈਠੇ ਹੋਣ, ਜਿਨ੍ਹਾਂ ਦਾ ਵਿਸ਼ਵਾਸ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਥੋਂ ਆਇਆ ਕਿ ਉਹ ਮਸੀਹੀ ਘਰ 'ਚ ਪੈਦਾ ਹੋਏ ਆ, ਲੇਕਿਨ ਨਾ ਉਹਨਾਂ ਨੂੰ ਪ੍ਰਭੂ ਦਾ ਪਤਾ, ਨਾ ਉਹਨਾਂ ਦੀ ਉਸ ਦੀ ਪ੍ਰਭੂਤਾ ਦਾ ਪਤਾ। ਉਹ ਵੀ ਉਹਨਾਂ ਦੇ ਨਾਲ ਰਲ ਕੇ ਹੱਸ ਰਹੇ ਹੋਣਗੇ, ਲੇਕਿਨ ਜਿਸ ਵੇਲੇ ਕਿਤੇ ਬਾਈਬਲ ਸਟੱਡੀ ਦੇ ਵਿੱਚ ਮਿਲੇ ਤਾਂ ਫਿਰ ਜ਼ਰੂਰ ਦੱਸਣਗੇ ਕਿ ਮੈਂ ਕ੍ਰਿਸਚਨ ਹਾਂ। ਇਸ ਦੀਆਂ ਚਾਰ ਕੰਧਾਂ ਦੇ ਵਿੱਚ ਵੜ ਕੇ ਜ਼ਰੂਰ ਦੱਸਣਗੇ ਕਿ ਮੈਂ ਕ੍ਰਿਸਚਨ ਹਾਂ, ਬਾਹਰ ਨਹੀਂ ਬੋਲਣਗੇ। ਘੋਰ ਪੀੜਾਂ, ਕਿਸ ਤਰ੍ਹਾਂ ਇਨਸਾਨ ਸਿੱਖ ਸਕਦਾ ਕੁਛ ਉੱਥੇ ਬੈਠ ਕੇ, ਜਿਸ ਦਾ ਧਿਆਨ, ਜਿਸ ਦੀ ਆਤਮਾ ਨੂੰ ਛਲਣੀ ਕੀਤਾ ਜਾ ਰਿਹਾ ਉਹਨਾਂ ਗੱਲਾਂ ਦੇ ਨਾਲ। ਪ੍ਰਭੂ ਜਿਸ ਦਾ ਮਾਲਕ ਆ, ਇੱਦਾਂ ਦੇ ਕੰਮ ਹੋਣਗੇ। ਇੱਕ ਸਮਾਂ ਸੀ ਜਿਸ ਵੇਲੇ ਹਰ ਕੋਈ ਦੇਵੀ ਦੇਵਤੇ ਨੂੰ ਜ਼ਰੂਰ ਮੰਨਦਾ ਸੀ, ਕਿਸੇ ਨਾ ਕਿਸੇ ਪਰਮੇਸ਼ਵਰ ਨੂੰ ਜ਼ਰੂਰ ਮੰਨਦਾ ਸੀ, ਔਰ ਦੂਸਰੇ ਦੇ ਪਰਮੇਸ਼ਵਰ ਦੇ ਲਈ ਬੁਰਾ ਨਹੀਂ ਸੀ ਕਿਹਾ ਜਾਂਦਾ। ਸਾਡੇ ਬਜ਼ੁਰਗ ਬੈਠੇ ਆ ਜਿਹੜੇ ਦੱਸ ਸਕਦੇ ਆ। ਲੇਕਿਨ ਦੇਖੋ ਅੱਜ ਦਾ ਸਮਾਂ, 2 ਪੀੜ੍ਹੀਆਂ ਵੀ ਨਹੀਂ ਬੀਤੀਆਂ, 1 ਪੀੜ੍ਹੀ ਵੀ ਨਹੀਂ ਬੀਤੀ, ਇਨਸਾਨ ਦਾ ਕੀ ਹਾਲ ਆ। ਆਪਣੇ ਆਪ ਨੂੰ ਪਰਮੇਸ਼ਵਰ ਕਹਿੰਦਾ ਪਿਆ, ਔਰ ਪ੍ਰਭੂ ਯਿਸੂ ਮਸੀਹ ਬਿਲਕੁਲ ਇਹੋ ਹੀ ਕਹਿ ਰਹੇ, ਬੇਨੇਮੀ ਇੱਥੇ ਤੱਕ ਫੈਲ ਜਾਵੇਗੀ। ਬੇਨੇਮੀ ਦਾ ਮਤਲਬ ਹੁੰਦਾ ਕਿ ਪ੍ਰਭੂ ਦਾ ਨਾਮ ਜ਼ਿੰਦਗੀ ਦੇ ਵਿੱਚੋਂ ਨਿਕਲ ਜਾਣਾ। ਆਪਣਾ ਨਾਮ ਕਿਸੇ ਪ੍ਰਭੂ ਦੇ ਨਾਮ ਦੇ ਨਾਲ ਜਿਹੜਾ ਜੋੜਨਾ, ਉਹ ਤੋੜ ਕੇ ਬੇਨੇਮੀ ਇੱਥੇ ਤੱਕ ਵੱਧ ਜਾਵੇਗੀ ਕਿ ਬਹੁਤਿਆਂ ਦਾ ਪਿਆਰ ਪਰਮੇਸ਼ਵਰ ਦੇ ਨਾਲ ਠੰਡਾ ਪੈ ਜਾਵੇਗਾ। ਦੇਖੋ, ਜਿਹੜੀਆਂ ਚੀਜ਼ਾਂ ਪ੍ਰਭੂ ਯਿਸੂ ਮਸੀਹ ਦੱਸ ਰਹੇ ਆ, ਇਹ ਅੰਤ ਦੀਆਂ ਨਿਸ਼ਾਨੀਆਂ ਨਹੀਂ। ਇਹ ਕੋਈ ਐਸਾ ਅੰਤ ਨਹੀਂ ਕਿ ਜਿਸਲੇ ਅਸੀਂ ਵਚਨ 'ਚ ਗਾਂਹ ਜਾ ਕੇ ਦੇਖਾਂਗੇ ਕਿ ਫਲ ਆਇਆ ਔਰ ਸਮੇਂ ਸਿਰ ਫਲ ਆਇਆ ਔਰ ਫਲ ਦਾ ਅੰਤ, ਫਲ ਦੀ ਸ਼ੁਰੂਆਤ ਨਹੀਂ। ਇਹ ਸਮੇਂ ਦਾ, ਇਹ ਜਿਹੜਾ ਸਮਾਂ ਆ, ਇਹ ਸਮੇਂ ਨੂੰ ਦੇ ਬਾਰੇ ਪ੍ਰਭੂ ਦੱਸ ਰਿਹਾ ਕਿ ਸਮੇਂ ਦੇ ਪੱਕਣ ਦੀਆਂ ਨਿਸ਼ਾਨੀਆਂ, ਫਲ ਦੇ ਪੱਕਣ ਦੀਆਂ ਨਿਸ਼ਾਨੀਆਂ ਨਹੀਂ, ਸਮੇਂ ਦੇ ਪੱਕਣ ਦੀਆਂ ਨਿਸ਼ਾਨੀਆਂ ਕੀ ਹੋਣਗੀਆਂ। ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਸਮਾਂ ਪੱਕ ਗਿਆ, ਸਮਾਂ ਪੱਕ ਗਿਆ ਔਰ ਉਹ ਅੰਤ ਦਾ ਸਮਾਂ ਆ ਗਿਆ। ਔਰ ਅਸੀਂ ਬਹੁਤ ਸਾਰੀਆਂ ਨਿਸ਼ਾਨੀਆਂ ਦੇਖ ਸਕਦੇ ਹਾਂ। ਜਿਸ ਵੇਲੇ ਅਸੀਂ 15ਵੀਂ ਆਇਤ ਦੇ ਵਿੱਚ ਆਉਂਦੇ ਹਾਂ, ਔਰ ਉਸ ਵੇਲੇ ਪ੍ਰਭੂ ਇਹ ਦੱਸਦੇ ਆ, ਜਦੋਂ ਤੁਸੀਂ ਬਰਬਾਦੀ ਕਰਨ ਵਾਲੀ ਘਿਨਾਉਣੀ ਚੀਜ਼ ਨੂੰ, ਜਿਸ ਦੇ ਬਾਰੇ ਦਾਨੀਅਲ ਨਬੀ ਨੇ ਅਗੰਮੀ ਵਾਕ ਕੀਤਾ ਸੀ, ਪਵਿੱਤਰ ਥਾਂ ਦੇ ਵਿੱਚ ਖੜਾ ਦੇਖੋ। ਦਾਨੀਅਲ ਨਬੀ ਦੀ ਜਿਸ ਵੇਲੇ ਅਸੀਂ ਕਿਤਾਬ ਪੜ੍ਹਦੇ ਹਾਂ, ਤੇ ਦਾਨੀਅਲ ਨਬੀ ਨੇ ਇੱਕ ਪ੍ਰੋਫੈਸੀ ਕੀਤੀ ਸੀ ਜਿਹੜੀ ਪੂਰੀ ਹੋਈ, ਕਿ ਪ੍ਰਭੂ ਦਾ ਹੋਲੀ ਆਫ ਹੋਲੀ ਦੇ ਵਿੱਚ, ਅਤ ਪਵਿੱਤਰ ਜਗ੍ਹਾ ਦੇ ਵਿੱਚ ਬੁੱਤ ਖੜਾ ਕੀਤਾ ਜਾਏਗਾ, ਔਰ ਰਾਜਾ ਕਹੇਗਾ ਕਿ ਇਸ ਬੁੱਤ ਦੇ ਅੱਗੇ ਸੂਰ ਦੀ ਬਲੀ ਚੜਾਈ ਜਾਵੇ।
ਤੁਸੀਂ ਮੰਦਿਰ ਦੇ ਵਿੱਚ ਜਾ ਕੇ ਸੂਰ ਦਾ ਨਾਮ ਨਹੀਂ ਲੈ ਸਕਦੇ ਸੀ, ਬਲੀ ਵੱਖਰੀ। ਔਰ ਯਹੂਦੀ ਕਹਿੰਦੇ ਸੀ ਇਹ ਹੋ ਹੀ ਨਹੀਂ ਸਕਦਾ। ਲੇਕਿਨ ਜਿਸ ਵੇਲੇ ਮਲਾਕੀ ਤੋਂ ਅੱਗੇ ਅਸੀਂ ਪੜ੍ਹਦੇ, ਮਲਾਕੀ ਤੋਂ ਅੱਗੇ ਜਿਹੜਾ 400 ਸਾਲ ਦਾ ਸਮਾਂ ਸੀਗਾ, ਜਿਹੜਾ ਬਚਨ ਦੇ ਵਿੱਚ ਜਿਸ ਨੂੰ ਨਹੀਂ ਕਬੂਲ ਕੀਤਾ ਗਿਆ, ਕਿਉਂਕਿ ਉਹ ਲਿਖਤਾਂ ਇਨਸਾਨ ਦੀਆਂ ਸੀਗੀਆਂ। ਲੇਕਿਨ ਹਿਸਟਰੀ ਜਿਹੜੀ ਅਸੀਂ ਪੜ੍ਹਦੇ ਹਾਂ, ਉਸ ਹਿਸਟਰੀ ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਜਿਹੜਾ ਰਾਜਾ ਟਰੋਜਨ ਉਸ ਸਮੇਂ ਦੇ ਵਿੱਚ ਹੋਇਆ, ਉਸਨੇ ਬਿਲਕੁਲ ਜਿਸ ਤਰ੍ਹਾਂ ਦਾਨੀਅਲ ਨਬੀ ਨੇ ਕਿਹਾ ਸੀ, ਉਸੇ ਤਰ੍ਹਾਂ ਹੀ ਉਹ ਮੂਰਤੀ ਲਿਆ ਕੇ ਉੱਥੇ ਰੱਖੀ। ਲੇਕਿਨ ਆਉਣ ਵਾਲੇ ਸਾਰੇ ਜਿੰਨੇ ਵੀ ਰਾਜੇ ਹੋਏ, ਉਹਨਾਂ ਨੇ ਇਸੇ ਤਰ੍ਹਾਂ ਦਾ ਕੰਮ ਕੀਤਾ। ਸੋ ਪ੍ਰਭੂ ਉਹਨਾਂ ਨੂੰ ਦੱਸ ਰਹੇ ਆ ਕਿ ਜਦ ਵੀ ਤੁਸੀਂ, ਕਿਉਂਕਿ ਜਦ ਵੀ ਉਹ ਮੂਰਤੀ ਆਪਣੀ ਮੰਦਿਰ 'ਚ ਲਿਆ ਕੇ ਰੱਖਦੇ ਸੀਗੇ, ਉਸ ਦੇ ਨਾਲ ਉਸ ਦੇਸ਼ ਦੇ ਵਿੱਚ ਅਸ਼ਾਂਤੀ ਫੈਲ ਜਾਂਦੀ ਸੀ, ਝਗੜਾ ਸ਼ੁਰੂ ਹੋ ਜਾਂਦਾ ਸੀ। ਲੇਕਿਨ ਪ੍ਰਭੂ ਉਹਨਾਂ ਨੂੰ ਨਿਸ਼ਾਨੀ ਦੇ ਰਹੇ ਆ ਕਿ ਜਿਸ ਵੇਲੇ ਤੁਸੀਂ ਹੁਣ, ਉਸ ਤੋਂ ਪਹਿਲਾਂ ਵੀ ਹੋ ਚੁੱਕਾ, ਪਰ ਜਿਸ ਵੇਲੇ ਤੁਸੀਂ ਹੁਣ ਇਹ ਹੁੰਦਾ ਦੇਖੋਗੇ, ਉਹ ਸ਼ੁਰੂਆਤ ਹੋਏਗੀ, ਉਹ ਇਸ ਸਮੇਂ ਦੀ ਸ਼ੁਰੂਆਤ ਹੋਏਗੀ। ਖੜਿਆਂ ਦੇਖੋਗੇ, ਪੜ੍ਹਨ ਵਾਲਾ ਆਪੇ ਹੀ ਸਮਝ ਜਾਏ, ਤਾਂ ਉਸ ਸਮੇਂ ਜਿਹੜੇ ਯਹੂਦੀਆਂ ਵਿੱਚ ਹੋਣ, ਉਹ ਪਹਾੜਾਂ ਦੇ ਵੱਲ ਦੌੜ ਜਾਣ। ਜੋ ਮਨੁੱਖ ਘਰ ਦੀ ਛੱਤ ਤੇ ਹੋਵੇ, ਉਹ ਹੇਠਾਂ ਘਰ ਦੇ ਅੰਦਰੋਂ ਕੋਈ ਆਪਣੀ ਚੀਜ਼ ਲੈਣ ਨਾ ਉਤਰੇ। ਇਸੇ ਤਰ੍ਹਾਂ ਜੋ ਮਨੁੱਖ ਖੇਤ ਵਿੱਚ ਹੋਵੇ, ਵਾਪਸੀ ਆਪਣਾ ਕੱਪੜਾ ਲੈਣ ਨਾ ਜਾਵੇ। ਅਫਸੋਸ ਹੈ ਉਹਨਾਂ ਉੱਤੇ ਜੋ ਉਹਨਾਂ ਦਿਨਾਂ ਦੇ ਵਿੱਚ ਗਰਭਵਤੀਆਂ ਹੋਣਗੀਆਂ, ਜਿਨ੍ਹਾਂ ਦੇ ਕੁੱਛੜ ਛੋਟੇ ਬੱਚੇ ਹੋਣਗੇ। ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰੋ ਕਿ ਤੁਹਾਨੂੰ ਸਿਆਲ ਦੀ ਰੁੱਤੇ ਜਾਂ ਸਬਤ ਦੇ ਦਿਨ ਨਾ ਦੌੜਨਾ ਪਵੇ। ਉਹਨਾਂ ਦਿਨਾਂ ਦੇ ਵਿੱਚ ਬਹੁਤ ਭਿਅੰਕਰ ਵਿਪਤਾ ਆਵੇਗੀ, ਜੋ ਸੰਸਾਰ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਨਾ ਆਈ ਹੈ ਔਰ ਨਾ ਹੀ ਆਵੇਗੀ। ਸੋ ਜਿੰਨੀ ਵੀ ਪ੍ਰਭੂ ਦੀ ਪ੍ਰੋਫੈਸੀ ਹੁੰਦੀ ਆ, ਹਮੇਸ਼ਾ ਇਹ ਚੀਜ਼ ਯਾਦ ਰੱਖੋ, ਜਿਹੜੀ ਪ੍ਰੋਫੈਸੀ ਉਹ ਹਮੇਸ਼ਾ ਦੋ ਤਰ੍ਹਾਂ ਦੀ ਹੁੰਦੀ ਆ। ਇੱਕ ਉਹ ਹਮੇਸ਼ਾ ਥੋੜ੍ਹੇ ਸਮੇਂ ਦੇ ਵਿੱਚ ਪੂਰੀ ਹੁੰਦੀ ਆ, ਕਿਉਂਕਿ ਉਹ ਪ੍ਰਭੂ ਦਾ ਦਿਖਾਣਾ ਹੁੰਦਾ ਆ ਕਿ ਜੋ ਮੈਂ ਕਿਹਾ ਇਹ ਪੂਰਾ ਹੋਵੇਗਾ। ਪ੍ਰਭੂ ਹਮੇਸ਼ਾ ਸਾਨੂੰ ਉਹ ਛੋਟਾ ਜਿਹਾ, ਜਿਸ ਤਰ੍ਹਾਂ ਤੁਸੀਂ ਇਹ ਕਹਿ ਲਓ ਕਿ ਮੂਵੀ ਤੋਂ ਪਹਿਲਾਂ ਪਿਕਚਰ ਦਿਖਾਉਣੀ, ਇਸ ਤੋਂ ਪਹਿਲਾਂ ਕਿ ਉਹ ਮੂਵੀ ਪੂਰੀ ਹੋਵੇ, ਤੁਸੀਂ ਉਸ ਨੂੰ ਆਪਣੀ ਜ਼ਿੰਦਗੀ 'ਚ ਪੂਰਾ ਹੁੰਦਾ ਦੇਖੋ, ਉਸ ਦਾ ਹਮੇਸ਼ਾ ਇੱਕ ਸ਼ੋਰਟ ਸਨੈਪ ਜ਼ਰੂਰ ਪ੍ਰਭੂ ਦਿਖਾਉਂਦਾ। ਸੋ ਉਹਨਾਂ ਨੇ ਮੰਦਿਰ ਦੀ ਵਡਿਆਈ ਕੀਤੀ ਸੀ। ਪ੍ਰਭੂ ਨੇ ਉਹਨਾਂ ਨੂੰ ਦੋ ਚੀਜ਼ਾਂ ਦੱਸੀਆਂ ਕਿ ਇਸ ਮੰਦਿਰ ਦੀ ਇੱਟ ਤੇ ਇੱਟ ਨਹੀਂ ਰਹੇਗੀ। ਕਦੋਂ ਹੋਊਗਾ? ਜਦੋਂ ਉਸਨੇ ਦੱਸਿਆ ਕਿ ਜਿਸ ਵੇਲੇ ਇਸ ਮੰਦਿਰ ਦੀ, ਸੋ ਸਭ ਤੋਂ ਪਹਿਲਾਂ ਉਸਨੇ ਮੰਦਿਰ ਦਾ ਅੰਤ ਦੱਸਿਆ, ਫਿਰ ਉਸਨੇ ਸਾਰੀ ਧਰਤੀ ਦਾ ਅੰਤ ਦੱਸਿਆ। ਇਹਦੇ ਵਿੱਚ ਦੋ ਚੀਜ਼ਾਂ ਪ੍ਰਭੂ ਨੇ ਦਿਖਾਈਆਂ ਕਿ ਮੰਦਿਰ ਦਾ ਅੰਤ ਹੋਏਗਾ, ਔਰ ਵਾਕਈ ਉਸ ਮੰਦਿਰ ਦੇ ਉੱਤੇ ਇੱਟ ਦੀ ਇੱਟ ਨਹੀਂ ਰਹੀ। 70ਵੀਂ ਸਦੀ ਦੇ ਵਿੱਚ, 70ਵੇਂ ਸਾਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਤੋਂ ਬਾਅਦ ਜਿਹੜਾ ਸਮਾਂ ਸ਼ੁਰੂ ਹੋਇਆ, ਉਸ ਤੋਂ ਪਹਿਲਾਂ ਹਮੇਸ਼ਾ ਸਮਾਂ ਪੁੱਠਾ ਗਿਣਿਆ ਜਾਂਦਾ, ਇੱਧਰਲੇ ਪਾਸੇ ਨੂੰ ਸਮਾਂ ਸਿੱਧਾ ਗਿਣਿਆ ਜਾਂਦਾ। ਪ੍ਰਭੂ ਯਿਸੂ ਮਸੀਹ ਦੇ ਤੋਂ 70 ਸਾਲ ਦੇ ਬਾਅਦ ਬਿਲਕੁਲ ਇਹ ਚੀਜ਼ਾਂ ਵਾਪਰੀਆਂ। ਉਸ ਮੰਦਿਰ ਦੀ ਇੱਟ ਦੇ ਉੱਤੇ ਇੱਟ ਨਹੀਂ ਰਹੀ, ਔਰ ਅੱਜ ਤੱਕ ਉਹ ਮੰਦਿਰ ਦੁਆਰਾ ਨਹੀਂ ਬਣਾਇਆ ਗਿਆ। ਅਜੀਬ ਚੀਜ਼ ਇਹ ਆ ਕਿ ਕੌਮਾਂ, ਬਾਕੀ ਦੀਆਂ ਕੌਮਾਂ ਜਿਹੜੀਆਂ ਉਹਨਾਂ ਹੀ ਯਹੂਦੀਆਂ ਤੋਂ ਕਰਜ਼ਾ ਲੈ ਕੇ ਆਪਣੇ ਮੰਦਿਰ ਬਣਾਉਂਦੀਆਂ ਪਈਆਂ, ਉਸ ਯਹੂਦੀ ਕੌਮ ਦਾ ਪ੍ਰਭੂ ਯਿਸੂ ਮਸੀਹ ਦੇ ਕਹੇ ਅਨੁਸਾਰ ਹਾਲੇ ਤੱਕ ਮੰਦਿਰ ਨਹੀਂ ਬਣਿਆ। ਪੈਸੇ ਦਾ ਇੱਦਾਂ ਹੈ ਕਿ ਦੁਨੀਆ ਦੀ 90% ਜਿਹੜੀ ਦੌਲਤ ਆ ਉਹਨਾਂ ਕੋਲ ਆ। ਅਸੀਂ ਸਾਰੇ ਜਾਣੇ, ਬਾਕੀ ਜਿੰਨੇ ਵੀ ਆ, ਅਸੀਂ ਬਾਕੀ ਦੇ 10% 'ਚ ਜੀਣੇ ਪਏ ਆ। ਔਰ ਆਤਮਿਕ ਸੱਚਾਈ ਇਹ ਆ ਜੋ ਅਸੀਂ ਇੱਥੇ ਦੇਖਦੇ ਪਏ ਆ, ਉਸ ਮੰਦਿਰ ਦੀ ਹਾਲੇ ਵੀ ਇੱਟ ਦੇ ਉੱਤੇ ਇੱਟ ਨਹੀਂ। ਪੈਸਾ ਉਹਨਾਂ ਕੋਲ ਇੰਨਾ, ਜੇ ਚਾਹੁਣ ਤੇ ਸੋਨੇ ਦੀਆਂ ਇੱਟਾਂ ਦਾ ਉਹ ਮੰਦਿਰ ਬਣਾ ਸਕਦੇ ਆ ਦੁਆਰਾ। ਲੇਕਿਨ ਉਹਨਾਂ ਦੇ ਉੱਤੇ, ਕਿਉਂਕਿ ਪ੍ਰਭੂ ਦੇ ਵਚਨ ਦੀ ਸੱਚਾਈ ਇਹ ਆ ਕਿ ਹਾਲੇ ਤੱਕ ਉਸ ਮੰਦਿਰ ਦੀ ਇੱਕ ਕੰਧ ਖੜੀ ਆ, ਸਿਰਫ ਇੱਕ ਕੰਧ ਖੜੀ ਆ, ਜਿੱਥੇ ਜਾ ਕੇ ਉਹ ਰੋ ਕੇ ਆਉਂਦੇ ਆ ਕਿ ਇੱਕ ਦਿਨ ਸਾਡਾ ਮੰਦਿਰ ਬਣੇਗਾ। ਇਹ ਸੱਚਾਈ ਆ, ਇਹ ਵਚਨ ਦੀ ਸੱਚਾਈ ਆ, ਇੱਟ ਦੇ ਉੱਤੇ ਇੱਟ ਨਹੀਂ। ਜੇ ਇਹ ਸੱਚ ਆ ਤੇ ਜਿਹੜੀਆਂ ਚੀਜ਼ਾਂ ਹੁਣ ਅਸੀਂ ਪੜ੍ਹਨ ਜਾ ਰਹੇ ਆ ਉਹ ਵੀ ਸੱਚ ਆ। ਆਮੇਨ। ਜੇ ਫੋਟੋ ਸੱਚੀ ਆ, ਜਿਸ ਤਰ੍ਹਾਂ ਅਸੀਂ ਮੂਵੀ ਦੇਖਣ ਨਹੀਂ ਜਾਂਦੇ ਤੇ ਬਾਹਰ ਪੋਸਟਰ ਲੱਗੇ ਹੁੰਦੇ ਆ। ਹਿੰਦੁਸਤਾਨ ਦੇ ਵਿੱਚ ਤਾਂ ਇੱਦਾਂ ਹੁੰਦਾ ਸੀ ਕਿ ਰਕਸ਼ੇ ਵਾਲਾ ਹਾਇਰ ਕਰ ਲੈਂਦੇ ਸੀਗੇ, ਤਾਂ ਉਹ ਸਾਰਿਆਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਉਹ ਮੂਵੀ ਦਾ ਅਨਾਊਂਸਮੈਂਟ ਕਰਦਾ ਹੁੰਦਾ ਸੀਗਾ, ਤੇ ਉਹ ਪੋਸਟਰ ਲੱਗਾ ਹੁੰਦਾ ਸੀਗਾ। ਜਿਸ ਵੇਲੇ ਅਸੀਂ ਮੂਵੀ ਦੇਖਣ ਜਾਂਦੇ ਹੁੰਦੇ ਸੀ ਤਾਂ ਉਹੀ ਚੀਜ਼ਾਂ ਜਿਹੜੀਆਂ ਪੋਸਟਰ ਤੇ ਲੱਗੀਆਂ, ਉਹ ਸੀਨ ਜਿਹਾ ਸੀ, ਉਹ ਸਾਰੇ ਸੀਨ ਵੀ ਅਸੀਂ ਦੇਖਦੇ ਸੀਗੇ, ਪਰ ਨਾਲ ਪੂਰੀ ਮੂਵੀ ਵੀ ਦੇਖਦੇ ਸੀਗੇ। ਸੋ ਜੇ
ਉਹ ਸਨੈਪਸ਼ਾਟ ਜਿਹੜਾ ਪ੍ਰਭੂ ਨੇ ਸਾਨੂੰ ਮੰਦਰ ਦੀ ਹਾਲਤ ਦਿਖਾਇਆ, ਜੇ ਉਹ ਸੱਚ ਆ ਤੇ ਆਉਣ ਵਾਲੀਆਂ ਚੀਜ਼ਾਂ ਅਸੀਂ ਜੋ ਪੜ੍ਹਨ ਜਾ ਰਹੇ ਹਾਂ ਉਹ ਵੀ ਸੱਚ ਹੋਣਗੀਆਂ। ਮੇਰੇ ਨਾਲ 22ਵੀਂ ਆਇਤ ਤੋਂ ਦੇਖੋ, ਇੱਥੋਂ ਤੱਕ ਕਿ ਜੇਕਰ ਪਰਮੇਸ਼ਰ ਇਹਨਾਂ ਦਿਨਾਂ ਨੂੰ ਘੱਟ ਨਾ ਕੀਤਾ ਹੁੰਦਾ ਤਾਂ ਕੋਈ ਵੀ ਨਾ ਬਚਦਾ, ਪਰ ਆਪਣੇ ਚੁਣਿਆ ਹੋਇਆਂ ਦੇ ਕਾਰਨ ਪਰਮੇਸ਼ਰ ਨੇ ਇਹਨਾਂ ਨੂੰ ਘੱਟ ਕੀਤਾ ਹੈ। ਅਗਰ ਇਹਨਾਂ ਦਿਨਾਂ ਨੂੰ ਘੱਟ ਨਾ ਕੀਤਾ, ਉਹ ਜਿਹੜੇ ਬਰਬਾਦੀ ਦੇ ਦਿਨ ਮੰਦਰ ਤੇ ਆਏ ਸੀਗੇ, ਜੇ ਉਹਨਾਂ ਨੂੰ ਪਰਮੇਸ਼ਰ ਨੇ ਘੱਟ ਨਾ ਕੀਤਾ ਹੁੰਦਾ ਕਿ ਰਾਜਾ ਨੇ ਮਨ ਬਦਲ ਲਿਆ ਕਿ ਨਹੀਂ ਹੁਣ ਛੱਡੋ ਇਹਨਾਂ ਨੂੰ ਮਾਰਨਾ ਨਹੀਂ, ਤਾਂ ਤੁਹਾਡੇ ਵਿੱਚੋਂ ਯਹੂਦੀਆਂ ਦੇ ਵਿੱਚੋਂ ਇੱਕ ਵੀ ਨਾ ਬਚਦਾ, ਇੱਕ ਵੀ ਨਾ ਬਚਦਾ। ਪਰ ਪਰਮੇਸ਼ਰ ਨੇ ਉਹਨਾਂ ਦਿਨਾਂ ਨੂੰ ਘੱਟ ਕਰ ਦਿੱਤਾ, ਉਹ ਬਰਬਾਦੀ ਦਾ ਦਿਨ ਘੱਟ ਕਰ ਦਿੱਤੇ ਕਿ ਤੁਸੀਂ ਬਚ ਸਕੋ। ਫਿਰ ਉਸ ਵੇਲੇ ਜੇਕਰ ਤੁਹਾਨੂੰ ਕੋਈ ਕਹੇ, ਹੁਣ ਪ੍ਰਭੂ ਯਿਸੂ ਮਸੀਹ ਵਾਪਸ ਮੰਦਰ ਦੀ ਹਾਲਤ ਨੂੰ ਦੱਸਣ ਤੋਂ ਬਾਅਦ ਵਾਪਸ ਉਸੇ ਚੀਜ਼ ਦੇ ਵਿੱਚ ਆ ਗਏ ਕਿ ਫਿਰ ਉਸ ਵੇਲੇ ਜੇਕਰ ਕੋਈ ਤੁਹਾਨੂੰ ਕਹੇ ਦੇਖੋ ਮਸੀਹ ਇੱਥੇ ਹੈ ਜਾਂ ਉੱਥੇ ਹੈ, ਵਿਸ਼ਵਾਸ ਨਾ ਕਰਨਾ। ਝੂਠੇ ਮਸੀਹ ਅਤੇ ਝੂਠੇ ਨਬੀ ਹੋਣਗੇ ਅਤੇ ਉਹ ਵੱਡੇ ਵੱਡੇ ਨਿਸ਼ਾਨ ਅਤੇ ਚਮਤਕਾਰ ਦਿਖਾਉਣਗੇ ਅਤੇ ਲੋਕਾਂ ਨੂੰ ਕੁਰਾਹੇ ਪਾਉਣਗੇ। ਇੱਥੋਂ ਤੱਕ ਕਿ ਜੇਕਰ ਹੋ ਸਕੇ ਤਾਂ ਪਰਮੇਸ਼ਰ ਦੇ ਚੁਣੇ ਹੋਇਆਂ ਨੂੰ ਵੀ ਯਾਦ ਰੱਖੋ, ਮੈਂ ਇਹ ਸਭ ਕੁਝ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ। ਜੋ ਅੱਜ ਕੱਲ੍ਹ ਮਸੀਹਤ ਦੇ ਵਿੱਚ ਰਿਵਾਜ, ਸਿਰਫ ਸਾਡੀਆਂ ਪੰਜਾਬੀ ਚਰਚਾਂ ਦੇ ਵਿੱਚ ਹੀ ਨਹੀਂ, ਇੰਗਲਿਸ਼ ਚਰਚਾਂ ਦੇ ਵਿੱਚ ਵੀ ਜੋ ਰਿਵਾਜ ਚੱਲ ਚੁੱਕਾ ਆ, ਉਹ ਇਹ ਆ ਕਿ ਇਹਨਾਂ ਨੇ ਬਹੁਤ ਸਾਰੇ ਐਸੇ ਮਸੀਹੀ ਆ ਗਏ ਆ, ਐਸੇ ਪ੍ਰਚਾਰਕ ਆ ਗਏ ਜੋ ਲੋਕਾਂ ਨੂੰ ਪ੍ਰਭੂ ਦੇ ਘਰ ਤੋਂ ਤੋੜ ਕੇ ਘਰਾਂ ਦੇ ਵਿੱਚ ਬਿਠਾਈ ਜਾਂਦੇ ਆ, ਇੱਕ ਪਾਸੇ ਕਰੀ ਜਾਂਦੇ ਆ। ਔਰ ਵੈਰੀ ਦਾ ਜਿਹੜਾ ਹਮਲਾ ਆ ਉਹ ਤਾਂ ਆਲਰੇਡੀ ਹੈਗਾ। ਜੋ ਪ੍ਰਭੂ ਦਾ ਕੰਮ, ਜਿਹੜਾ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਤਿੰਨ ਚੀਜ਼ਾਂ ਹੈਗੀਆਂ ਕਿ ਉਹ ਪ੍ਰਭੂ ਦੇ ਵਿੱਚ ਗਰੋ ਕਰ ਰਿਹਾ, ਪ੍ਰਭੂ ਦੇ ਵਿੱਚ ਵੱਧ ਰਿਹਾ, ਉਸ ਦੇ ਵਚਨ ਦੇ ਵਿੱਚ ਵੱਧ ਰਿਹਾ, ਔਰ ਜੋ ਕੁਝ ਵਚਨ ਉਸ ਨੂੰ ਦੱਸਦਾ ਉਸ ਦਾ ਜੋ ਹਿੱਸਾ ਉਹਦੀ ਸਮਝ ਦੇ ਵਿੱਚ ਆ ਰਿਹਾ ਉਸ ਨੂੰ ਕਰ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ, ਔਰ ਉਸ ਤੋਂ ਬਾਅਦ ਜੋ ਪ੍ਰਭੂ ਦੇ ਲਈ ਅੱਗੇ ਵਧ ਰਿਹਾ, ਜੋ ਪ੍ਰਭੂ ਦੇ ਲਈ ਉਸ ਦਾ ਕੰਮ ਕਰ ਰਿਹਾ, ਜਿਸ ਨੇ ਆਪਣੇ ਹੱਥ ਪ੍ਰਭੂ ਦੇ ਕੰਮ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਡੁਬੋਇਓ ਆ। ਕੋਈ ਘਰ ਘਰ ਜਾ ਕੇ ਦੁਆ ਕਰ ਰਿਹਾ, ਕੋਈ ਵਚਨ ਤਿਆਰ ਕਰਕੇ ਸੁਣਾ ਰਿਹਾ, ਕੋਈ ਦੂਸਰੇ ਭੈਣ ਭਰਾ ਦੀ ਮਦਦ ਕਰ ਰਿਹਾ। ਉਹ ਕਹਿੰਦਾ ਵੀ ਇਸ ਤੋਂ ਜ਼ਿਆਦਾ ਤਾਂ ਮੈਨੂੰ ਆਉਂਦਾ ਨਹੀਂ, ਨਾ ਮੈਨੂੰ ਵਚਨ ਸੁਣਾਉਣਾ ਆਉਂਦਾ, ਨਾ ਮੈਂ ਤੇਰੇ ਘਰ ਆ ਕੇ ਦੁਆ ਕਰ ਸਕਦਾ, ਪਰ ਇੰਨਾ ਹੈ ਕਿ ਮੈਂ ਤੇਰੀ ਮਦਦ ਕਰ ਸਕਦਾ। ਜੋ ਕੋਈ ਵੀ ਪ੍ਰਭੂ ਦਾ ਕੋਈ ਵਚਨ ਨੂੰ ਤਿਆਰ ਕਰਕੇ ਦੂਰ ਦੂਰ ਤੱਕ ਪਹੁੰਚਾ ਰਿਹਾ। ਅਗਰ ਤੁਸੀਂ ਆਪਣੇ ਹੱਥ ਖੋਬਿਓ ਆ ਤੇ ਤੁਸੀਂ ਬਚਿਓ ਆ। ਵੈਰੀ ਦਾ ਬਸ ਇੱਕੋ ਹੀ ਹਮਲਾ ਹੁੰਦਾ ਕਿ ਤੋੜਨਾ, ਇੱਕ ਪਾਸੇ ਕਰਨਾ, ਔਰ ਇਹ ਬਰਕਤਾਂ ਤੁਹਾਡੇ ਕੋਲ ਖੋਹਣੀਆਂ, ਔਰ ਉਹ ਖੋਹ ਰਿਹਾ। ਲੋਕ ਉਹਨਾਂ ਦੇ ਪਿੱਛੇ ਲੱਗ ਰਹੇ ਆ, ਔਰ ਉਹਨਾਂ ਨੂੰ ਕੁਰਾਹੇ ਪਾ ਰਹੇ ਆ, ਚਮਤਕਾਰ ਦਿਖਾਉਣਗੇ, ਲੋਕਾਂ ਨੂੰ ਕੁਰਾਹੇ ਪਾਉਣਗੇ, ਵਚਨ ਦਾ ਇੱਕ ਹਿੱਸਾ ਲੈ ਕੇ ਉਸ ਨੂੰ ਤੋੜਨ ਮਰੋੜਨਗੇ, ਔਰ ਉਹਨਾਂ ਚੀਜ਼ਾਂ ਦੇ ਵਿੱਚ ਪ੍ਰਭੂ ਦੇ ਲੋਕਾਂ ਨੂੰ ਪਾ ਲੈਣਗੇ, ਔਰ ਪ੍ਰਭੂ ਦੇ ਲੋਕ ਪੈ ਜਾਣਗੇ, ਭੇਡਾਂ ਦੇ ਵਾਂਗ ਪੈ ਜਾਣਗੇ, ਔਰ ਅੰਤ ਕਿਸੇ ਦਾ ਉਹਨਾਂ ਦਾ ਕੁਰਾਹੇ ਪਾਉਣ ਵਾਲਿਆਂ ਦਾ ਕੋਈ ਨੁਕਸਾਨ ਨਹੀਂ ਹੋਏਗਾ। ਉਹ ਆਪਣਾ ਮਤਲਬ ਕੱਢਣਗੇ, ਤਿੱਤਰ ਹੋਣਗੇ, ਔਰ ਮਾਰੇ ਕੌਣ ਜਾਣਗੇ। ਫਿਰ ਦੋਹਰੀ ਸ਼ਰਮ, ਨਾ ਮੁੜ ਕੇ ਪ੍ਰਭੂ ਦੇ ਘਰ ਆ ਸਕਣਗੇ, ਨਾ ਜਿੱਥੇ ਸੀਗੇ ਉੱਥੇ ਜੋਗੇ ਹੋਣਗੇ, ਨਾ ਇੱਧਰ ਜੋਗੇ ਨਾ ਉੱਧਰ ਜੋਗੇ। ਅਗਲੇ ਨੇ ਆਪਣਾ ਮਤਲਬ ਕੱਢਿਆ ਔਰ ਤਿੱਤਰ ਹੋਇਆ। ਇਸ ਵਚਨ ਤੋਂ ਝੂਠੀ ਕਮਾਈ ਬਹੁਤ ਲੋਕ ਖਾ ਰਹੇ ਆ, ਝੂਠੀ ਕਮਾਈ ਬਹੁਤ ਖਾ ਰਹੇ ਆ। ਇਸ ਕਰਕੇ ਮੈਂ ਹਮੇਸ਼ਾ ਚਰਚ ਨੂੰ ਕਹਿੰਦਾ ਹੁੰਦਾ, ਇੱਕ ਚੀਜ਼ ਮੈਂ ਤੁਹਾਨੂੰ ਕਹਿੰਦਾ ਹੁੰਦਾ, ਜਿੱਥੇ ਵੀ ਮੈਂ ਬੋਲਾਂ, ਜਿੱਥੇ ਵੀ ਪ੍ਰਭੂ ਲੈ ਕੇ ਜਾਏ, ਕਿ ਭਾਈ ਜਿਹੜੀਆਂ ਪੈਰਾਸ਼ੂਟ ਮਿਨਿਸਟਰੀਆਂ ਆ ਨਾ, ਉਹਨਾਂ 'ਤੇ ਭਰੋਸਾ ਨਾ ਕਰੋ। ਪੈਰਾਸ਼ੂਟ ਮਿਨਿਸਟਰੀਆਂ ਹੁੰਦੀਆਂ ਕਿ ਪਾਦਰੀ ਨੇ ਕੱਛ 'ਚ ਮਾਰੀ ਹੋਊਗਾ ਬਾਈਬਲ, ਇੱਕ ਹਫ਼ਤਾ ਇੱਥੇ, ਇੱਕ ਹਫ਼ਤਾ ਉੱਥੇ, ਇੱਕ ਹਫ਼ਤਾ ਫਿਲੀਪੀਨਸ 'ਚ ਲੱਗਾ ਹੈ, ਇੱਕ ਹਫ਼ਤਾ ਅਮਰੀਕਾ 'ਚ ਲੱਗਾ ਆ, ਕਿਤੇ ਕੋਈ ਟਿਕ ਕੇ ਕੰਮ ਨਹੀਂ ਕਰਦਾ ਪਿਆ, ਕਿਸੇ ਨੂੰ ਜਵਾਬ ਦੇ ਨਹੀਂ, ਔਰ ਕਹਿ ਰਿਹਾ ਮੈਂ ਸਿਰਫ ਪ੍ਰਭੂ ਯਿਸੂ ਨੂੰ ਜਵਾਬ ਦੇ ਆ। ਨੋ, ਜਿੰਨੀ ਦੇਰ ਤੱਕ ਤੁਸੀਂ ਲੀਡਰਸ਼ਿਪ ਨੂੰ ਜਵਾਬ ਦੇ ਨਹੀਂ, ਜਿਹੜੀ ਐਲਡਰ ਦੀ ਜਿਹੜੀ ਲੀਡਰਸ਼ਿਪ ਜਿਹਨਾਂ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਉਹਨਾਂ ਨੂੰ ਜਵਾਬ ਦੇ ਨਹੀਂ, ਭਾਈ ਮੇਰੇ, ਯੂ ਹੈਵ ਨੋ ਮਿਨਿਸਟਰੀ। ਫਿਰ ਤੇਰੀ ਆਹ ਹੀ ਮਿਨਿਸਟਰੀ ਹੈ ਉਸ ਬੰਦੇ ਦੀ। ਦਿਸ ਇਜ਼ ਦਾ ਮਿਨਿਸਟਰੀ ਦੈਟ ਪਰਸਨ ਹੈਜ਼। ਔਰ ਫਲ ਕੀ ਆ? ਲੋਕ ਪ੍ਰਭੂ ਦੇ ਘਰ ਤੋਂ ਦੂਰ ਹੋ ਜਾਣਗੇ, ਪ੍ਰਭੂ ਦੀ ਸੇਵਾ ਤੋਂ ਦੂਰ ਹੋ ਜਾਣਗੇ, ਸੜੇ ਭੱਜੇ ਟੁੱਟੇ ਭੱਜੇ ਸਵਾਲ ਲੈ ਕੇ ਦੌੜੇ ਫਿਰਨਗੇ। ਜੇ ਸਵਾਲਾਂ ਦੇ ਜਵਾਬ ਮਿਲ ਵੀ ਗਏ ਤਾਂ ਫਿਰ ਕੀ ਕਰ ਲਓਗੇ? ਕੀ ਕਰ ਲਓਗੇ? ਕੁਛ ਨਹੀਂ ਹੋਣਾ।
ਜਿੰਨੀ ਦੇਰ ਤੱਕ ਪ੍ਰਭੂ ਜਵਾਬ ਨਾ ਦੇਏ। ਦੇਖੋ ਵਚਨ 'ਚ ਕੀ ਲਿਖਿਆ, ਸੋ ਜੇਕਰ ਲੋਕੀ ਤੁਹਾਨੂੰ ਕਹਿਣ ਦੇਖੋ ਉਹ ਵੀਰਾਨੇ ਵਿੱਚ ਹੈ, ਤਾਂ ਉੱਥੇ ਨਾ ਜਾਣਾ। ਇਸ ਤਰ੍ਹਾਂ ਜੇਕਰ ਕੋਈ ਕਹਿਣ ਦੇਖੋ ਉਹ ਗੁਪਤ ਥਾਂ ਤੇ ਹੈ, ਤਾਂ ਉਸ ਦਾ ਵੀ ਵਿਸ਼ਵਾਸ ਨਾ ਕਰਨਾ, ਕਿਉਂਕਿ ਜਿਸ ਤਰ੍ਹਾਂ ਬਿਜਲੀ ਆਕਾਸ਼ ਦੇ ਵਿੱਚ ਚੜ੍ਹਦੇ ਤੋਂ ਲਹਿੰਦੇ ਤੱਕ ਚਮਕਦੀ ਹੈ, ਉਸ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ। ਦੋ ਸਵਾਲ ਉਹਨਾਂ ਨੇ ਪੁੱਛੇ ਆ, ਤੁਹਾਡੇ ਵਾਪਸ ਆਉਣ ਦਾ ਕੀ ਹੋਏਗਾ, ਔਰ ਜੋ ਤੁਸੀਂ ਮੰਦਿਰ ਦੇ ਬਾਰੇ ਕਿਹਾ ਉਹਦਾ ਕੀ ਹੋਏਗਾ। ਉਹਨਾਂ ਦੇ ਵਿੱਚ ਇਹ ਚੀਜ਼ ਦੱਸੀ ਉਸਨੇ ਕਿ ਜੇ ਉਹ ਕਹਿਣ ਕਿ ਇੱਥੇ ਯਸੂ ਆ, ਉੱਥੇ ਯਸੂ ਆ, ਇੱਥੇ ਜਿਹੜੀ ਲੁਕਣ ਵਾਲੀ ਥਾਂ ਆ ਉੱਥੇ ਯਸੂ ਬੈਠਾ ਆ, ਉਹ ਕਹਿੰਦਾ ਕਿ ਨਹੀਂ, ਯਸੂ ਦਾ ਬੈਠਣਾ ਇਸ ਤਰ੍ਹਾਂ ਨਹੀਂ ਹੋਏਗਾ, ਉਸ ਦਾ ਆਉਣਾ ਇਸ ਤਰ੍ਹਾਂ ਨਹੀਂ ਹੋਏਗਾ। ਜਿਸ ਤਰ੍ਹਾਂ ਤੁਸੀਂ ਬਿਜਲੀ ਨੂੰ ਚਮਕਦਾ ਦੇਖਦੇ ਆ ਕਿ ਇੱਕ ਪਾਸੇ ਚਮਕਦੀ ਆ ਔਰ ਦੂਸਰੇ ਪਾਸੇ ਚਮਕਦੀ ਜਾਂਦੀ ਆ, ਔਰ ਸਾਰੀ ਦੁਨੀਆ ਦੇਖ ਸਕਦੀ ਆ, ਜਿਸਲੇ ਮੇਰਾ ਆਉਣਾ ਹੋਏਗਾ ਉਹ ਇਸ ਤਰ੍ਹਾਂ ਹੋਏਗਾ, ਉਹ ਇਸ ਤਰ੍ਹਾਂ ਹੋਏਗਾ। ਉਹ ਕਿਸੇ ਪਾਦਰੀ ਦੇ ਵਿੱਚ ਛੁਪ ਕੇ ਨਹੀਂ ਬੈਠਾ ਹੋਏਗਾ, ਕਿਸੇ ਸਿੱਖਿਅਕ ਦੇ ਵਿੱਚ ਛੁਪ ਕੇ ਨਹੀਂ ਬੈਠਾ ਹੋਏਗਾ, ਕਿਸੇ ਚਮਤਕਾਰ ਕਰਨ ਵਾਲੇ ਦੇ ਵਿੱਚ ਛੁਪ ਕੇ ਨਹੀਂ ਬੈਠਾ ਹੋਏਗਾ। ਬੀ ਵੈਰੀ ਕੇਅਰਫੁਲ, ਬੀ ਵੈਰੀ ਕੇਅਰਫੁਲ। ਅਸੀਂ ਜਿਸ ਜ਼ਮਾਨੇ ਦੇ ਵਿੱਚ ਜੀ ਰਹੇ ਹਾਂ, ਬਿਲਕੁਲ ਜੋ ਪ੍ਰਭੂ ਕਹਿ ਰਹੇ ਉਸੇ ਜ਼ਮਾਨੇ 'ਚ ਜੀ ਰਹੇ ਹਾਂ, ਔਰ ਇਸ ਦੇ ਬਾਰੇ ਅਸੀਂ ਦੁਬਾਰਾ ਦੇਖਾਂਗੇ। ਆਓ ਪਹਿਲਾਂ ਵਚਨ ਨੂੰ ਦੇਖੀਏ। ਔਰ ਮਨੁੱਖ ਦੇ ਪੁੱਤਰ ਦਾ ਆਉਣਾ ਕਿਸ ਤਰ੍ਹਾਂ ਹੋਏਗਾ। ਉਹਨਾਂ ਦਿਨਾਂ ਵਿੱਚ ਇਸ ਵਿਪਤਾ ਦੇ ਤੁਰੰਤ ਪਿੱਛੋਂ ਸੂਰਜ ਹਨੇਰਾ ਹੋ ਜਾਵੇਗਾ, ਚੰਦ ਆਪਣੀ ਲੋ ਨਹੀਂ ਦੇਵੇਗਾ, ਆਕਾਸ਼ ਦੀਆਂ ਸਭ ਸ਼ਕਤੀਆਂ ਹਿਲਾ ਦਿੱਤੀਆਂ ਜਾਣਗੀਆਂ। ਪ੍ਰਭੂ ਆਪਣਾ ਆਉਣਾ ਇਸ ਤਰ੍ਹਾਂ ਦੱਸ ਰਹੇ ਆ ਕਿ ਜਿਸ ਤਰ੍ਹਾਂ ਕਿਸੇ ਨੇ ਬਟਨ ਆਫ ਕਰ ਦਿੱਤਾ ਹੋਵੇ। ਦੋ ਲਾਈਟਾਂ ਜਗ ਰਹੀਆਂ, ਦੋ ਰੋਸ਼ਨੀਆਂ ਜਗ ਰਹੀਆਂ ਜੋ ਪ੍ਰਭੂ ਨੇ ਜਗਾਈਆਂ ਸਾਡੇ ਲਈ। ਰਾਤ ਨੂੰ ਉਸਨੇ ਸਾਨੂੰ ਚੰਦ ਦਿੱਤਾ, ਸਵੇਰ ਨੂੰ ਉਸਨੇ ਸੂਰਜ ਦਿੱਤਾ। ਕਹਿੰਦਾ ਇਸ ਤਰ੍ਹਾਂ ਹੋਏਗਾ ਕਿ ਜਿਸ ਤਰ੍ਹਾਂ ਕਿਸੇ ਨੇ ਬਟਨ ਆਫ ਕਰ ਦਿੱਤਾ ਹੋਵੇ ਦੋਨਾਂ ਦਾ। ਇੱਕ ਹਨੇਰਾ ਇੱਕ ਦੇ ਲਈ ਕਿਹਾ, ਉਹ ਹਨੇਰਾ ਹੋ ਜਾਵੇਗਾ, ਉਹ ਆਪਣੀ ਰੋਸ਼ਨੀ ਉਸ ਦੀ ਖਤਮ ਕਰ ਦਿੱਤੀ ਜਾਵੇਗੀ। ਔਰ ਦੂਸਰੇ ਦੇ ਲਈ ਕੀ ਕਿਹਾ, ਦੂਸਰਾ ਆਪਣੀ ਲੋ, ਦੂਸਰੇ ਦੀ ਲੋ ਵੀ ਖਤਮ ਕਰ ਦਿੱਤੀ ਜਾਏਗੀ, ਆਕਾਸ਼ ਦੀਆਂ ਸਭ ਸ਼ਕਤੀਆਂ ਹਿਲਾ ਦਿੱਤੀਆਂ ਜਾਣਗੀਆਂ। ਜੋ ਅਸੀਂ ਚੰਦ ਤਾਰੇ ਜੋ ਕੁਝ ਅਸੀਂ ਦੇਖਦੇ ਪਏ ਹਾਂ, ਉਹ ਆਪਣੀ ਜਗ੍ਹਾ ਛੱਡ ਦੇਣਗੇ, ਉਸ ਜਗ੍ਹਾ ਤੇ ਨਹੀਂ ਰਹਿਣਗੇ। ਫਿਰ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਆਕਾਸ਼ ਤੇ ਪ੍ਰਗਟ ਹੋਵੇਗਾ। ਉਸ ਸਮੇਂ ਧਰਤੀ ਦੀਆਂ ਸਭ ਕੌਮਾਂ ਆਪਣੀਆਂ ਛਾਤੀ ਪਿੱਟਣਗੀਆਂ ਅਤੇ ਇਸ ਦੇ ਪਿੱਛੋਂ ਉਹ ਮਨੁੱਖ ਦੇ ਪੁੱਤਰ ਨੂੰ ਵੱਡੀ ਸ਼ਕਤੀ ਅਤੇ ਮਹਿਮਾ ਦੇ ਨਾਲ ਬੱਦਲਾਂ ਦੇ ਉੱਤੇ ਆਉਂਦੇ ਦੇਖਣਗੀਆਂ। ਜਿਨ੍ਹਾਂ ਚੀਜ਼ਾਂ ਤੇ ਉੱਤੇ ਭਰੋਸਾ ਕੀਤਾ, ਉਹ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ। ਕਿਸੇ ਦੇ ਪੱਲੇ ਕੁਝ ਨਹੀਂ ਰਹਿ ਜਾਏਗਾ, ਕਿਸੇ ਦੇ ਕੋਲ ਕੱਖ ਨਹੀਂ ਹੋਵੇਗਾ। ਔਰ ਕੌਮਾਂ ਜੋ ਅੱਜ ਮਜ਼ਾਕ ਉਡਾਉਂਦੀਆਂ, ਉਹ ਅੱਜ ਉਸ ਦਿਨ ਛਾਤੀ ਪਿੱਟਣਗੀਆਂ। ਔਰ ਇਸ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ। ਫਿਰ ਉਹ ਨਰਸਿੰਘੇ ਦੀ ਆਵਾਜ਼ ਦੇ ਨਾਲ ਆਪਣੇ ਸਵਰਗਦੂਤਾਂ ਨੂੰ ਘੱਲੇਗਾ ਅਤੇ ਉਹ ਉਸ ਦੇ ਚੁਣੇ ਹੋਇਆਂ ਨੂੰ ਧਰਤੀ ਦੇ ਇੱਕ ਪਾਸੇ ਤੋਂ ਲੈ ਕੇ ਆਕਾਸ਼ ਦੇ ਦੂਜੇ ਪਾਸੇ ਚੌਹਾਂ ਪਾਸਿਆਂ ਤੋਂ ਇਕੱਠਾ ਕਰਨਗੇ। ਜਿਸ ਤਰ੍ਹਾਂ ਕਿਸਾਨ ਦਾਣੇ ਇਕੱਠੇ ਕਰਦਾ, ਜਿਸ ਤਰ੍ਹਾਂ ਇੱਕ ਜ਼ਮੀਨਦਾਰ ਆਪਣੇ ਦਾਣੇ, ਆਪਣੀ ਫਸਲ ਇਕੱਠੀ ਕਰਦਾ, ਕੱਖ ਤੂੜੀ ਇੱਥੇ ਰਹਿ ਜਾਏਗੀ, ਉਹ ਦਾਣਿਆਂ ਨੂੰ ਇਕੱਠੇ ਕਰਨਗੇ, ਦਾਣਿਆਂ ਨੂੰ ਇਕੱਠੇ ਕਰਨਗੇ। ਅੱਗੇ ਦੇਖੋ, ਪ੍ਰਭੂ ਨੇ ਉਹਨਾਂ ਨੂੰ ਇੱਕ ਉਦਾਹਰਨ ਦਿੱਤੀ, ਅੰਜੀਰ ਦੇ ਰੁੱਖ ਦੇ ਫਲ ਤੋਂ ਸਿੱਖਿਆ ਲਓ। ਜਦੋਂ ਉਸ ਦੀਆਂ ਟਾਹਣੀਆਂ ਨਰਮ ਹੋ ਜਾਂਦੀਆਂ ਹਨ ਅਤੇ ਉਸ ਨੂੰ ਪੱਤੇ ਲੱਗਣੇ ਸ਼ੁਰੂ ਹੋ ਜਾਂਦੇ ਹਨ, ਤਾਂ ਤੁਸੀਂ ਸਮਝ ਜਾਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਹੈ। ਇਸੇ ਤਰ੍ਹਾਂ ਜਦੋਂ ਇਹ ਸਭ ਗੱਲਾਂ ਹੁੰਦੀਆਂ ਦੇਖੋ ਤਾਂ ਸਮਝ ਲੈਣਾ ਕਿ ਉਹ ਨੇੜੇ ਹੈ, ਉਹ ਨੇੜੇ ਹੈ, ਸਗੋਂ ਬੂਹੇ ਤੇ ਉੱਤੇ ਹੈ। ਸੱਚ ਜਾਣੋ, ਇਸ ਪੀੜ੍ਹੀ ਦੇ ਲੋਕਾਂ ਦੇ ਖਤਮ ਹੋਣ ਤੋਂ ਪਹਿਲਾਂ ਹੀ ਇਹ ਗੱਲਾਂ ਪੂਰੀਆਂ ਹੋ ਜਾਣਗੀਆਂ। ਆਕਾਸ਼ ਅਤੇ ਧਰਤੀ ਬੇਸ਼ੱਕ ਟਲ ਜਾਣ, ਪਰ ਮੇਰੇ ਕਹੇ ਹੋਏ ਵਚਨ ਕਦੀ ਵੀ ਨਹੀਂ ਟਲਣਗੇ। ਜਿਨ੍ਹਾਂ ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਨੂੰ ਇਸ ਤੋਂ ਪਹਿਲਾਂ ਸਲੀਬੀ ਮੌਤ ਜਾਂ ਤਲਵਾਰ ਦੀ ਮੌਤ ਦੇ ਨਾਲ ਨਹੀਂ ਮਾਰਿਆ ਗਿਆ ਸੀ, ਜਿਹੜੇ ਚੇਲੇ ਹਾਲੇ ਜੀਂਦੇ ਸੀਗੇ, ਜਿਨ੍ਹਾਂ ਵਿੱਚੋਂ ਜੌਨ ਇੱਕ ਸੀਗਾ, ਉਸਨੇ ਉਹ ਦਿਨ ਦੇਖਿਆ ਜਿਸ ਦਿਨ ਮੰਦਿਰ ਦੀ ਇੱਟ ਦੇ ਨਾਲ ਇੱਟ ਵਜਾ ਦਿੱਤੀ ਗਈ। ਸੋ ਇਸ ਪੀੜ੍ਹੀ ਦੇ ਲਈ ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛਿਆ, ਜਿਹੜਾ ਮੰਦਿਰ ਦੇ ਬਾਰੇ ਸਵਾਲ ਪੁੱਛਿਆ, ਇਸ ਪੀੜ੍ਹੀ ਦੇ ਲੋਕ ਦੇਖਣਗੇ, ਪੂਰਾ ਹੁੰਦਾ ਦੇਖਣਗੇ। ਉਹ ਸਨੈਪਸ਼ਾਟ ਜਿਹੜਾ ਮੈਂ ਤੁਹਾਨੂੰ ਦਿੱਤਾ, ਉਹ ਜਿਹੜੀ ਪਿਕਚਰ ਮੈਂ ਤੁਹਾਨੂੰ ਦਿੱਤੀ ਆ, ਉਸ ਨੂੰ ਪੂਰੀ ਹੁੰਦੀ ਇਸ ਪੀੜ੍ਹੀ ਦੀ ਲੋਕ ਦੇਖਣਗੇ। ਲੇਕਿਨ ਜਿਹੜੀ ਮੂਵੀ ਆ, ਉਹ ਆਉਣ ਵਾਲੀ ਪੀੜ੍ਹੀ ਦੇਖੇਗੀ, ਉਹ ਵੀ ਪੂਰੀ ਹੋਏਗੀ। ਉੱਥੋਂ ਪ੍ਰਭੂ ਯਿਸੂ ਮਸੀਹ ਕੀ ਕਹਿ ਰਹੇ ਆ? ਪ੍ਰਭੂ ਯਿਸੂ ਮਸੀਹ ਇਹ ਕਹਿ ਰਹੇ ਆ ਕਿ ਜਿਹੜੀ ਉਹਨਾਂ ਨੇ ਗੱਲ ਕਹੀ ਆ ਕਿ ਸਮਝ ਲੈਣਾ, ਜਿਸ ਤਰ੍ਹਾਂ
ਅੱਜ ਅਸੀਂ ਆਪਣੇ ਸਾਡੇ 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 ਵਿੱਚੋਂ ਬਹੁਤੇ ਭੈਣ ਭਰਾ ਜਿਨ੍ਹਾਂ ਦੀ ਬੈਕਯਾਰਡ ਦੇ ਵਿੱਚ ਫਲਦਾਰ ਰੁੱਖ ਲੱਗੇ ਆ, ਔਰ ਜਿਸ ਵੇਲੇ ਅਸੀਂ ਆਪਣੇ ਫਲਦਾਰ ਰੁੱਖ ਨੂੰ ਜਾ ਕੇ ਦੇਖਦੇ ਹਾਂ ਤੇ ਦੋ ਚੀਜ਼ਾਂ ਨਿਕਲ ਰਹੀਆਂ, ਇੱਕ ਪੱਤੇ ਨਿਕਲ ਰਹੇ ਆ, ਇੱਕ ਟਾਹਣੀਆਂ ਨਿਕਲ ਰਹੀਆਂ, ਇੱਕ ਫੁੱਲ ਨਿਕਲ ਰਹੇ ਆ। ਔਰ ਸਾਨੂੰ ਸਾਰਿਆਂ ਨੂੰ ਇੱਥੋਂ ਪਤਾ ਲੱਗ ਗਿਆ ਗਰਮੀ ਦੀ ਰੁੱਤ ਆ ਰਹੀ ਆ। ਇਸੇ ਤਰ੍ਹਾਂ ਕਹਿੰਦੇ ਜਦੋਂ ਤੁਸੀਂ ਸਮੇਂ ਨੂੰ ਪੱਕਦਾ ਦੇਖੋਗੇ ਤਾਂ ਇਹਨਾਂ ਚੀਜ਼ਾਂ ਨੂੰ ਦੇਖੋਗੇ ਕਿ ਜਿਹੜੀਆਂ ਚੀਜ਼ਾਂ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਦੱਸੀਆਂ ਕਿ ਇਨਸਾਨ ਦਾ ਪਿਆਰ ਦੇ ਵਿੱਚ ਘੱਟ ਆ, ਔਰ ਅਸੀਂ ਦੇਖ ਰਹੇ ਹਾਂ। ਅਸੀਂ ਜਦੋਂ ਛੋਟੇ ਹੁੰਦੇ ਸੀਗੇ ਤਾਂ ਅਸੀਂ ਆਪਣੇ ਬਾਬੇ ਦਾਦਿਆਂ ਨੂੰ ਵੀ ਦੇਖਿਆ ਸੀਗਾ। ਸਾਰੇ ਪਿੰਡ ਦੇ ਵਿੱਚ ਕੋਈ ਇੱਕ ਜਣਾ ਬਿਮਾਰ ਹੁੰਦਾ ਸੀ ਤਾਂ ਸਾਰੇ ਪਿੰਡ ਨੂੰ ਪਤਾ ਹੁੰਦਾ ਸੀ। ਜਿਹੜਾ ਕੋਈ ਵੈਦ ਵਿਚਾਰਾ ਨਾ ਵੀ ਹੋਵੇ ਤਾਂ ਸਲਾਹ ਦੇਣ ਤਾਂ ਸਾਰੇ ਹੀ ਜਾਂਦੇ ਸੀਗੇ ਕਿ ਇਹਨੂੰ ਆਹ ਖਾ ਲੈਣਾ ਚਾਹੀਦਾ, ਭਾਵੇਂ ਉਹ ਜਿੰਨੀਆਂ ਚੀਜ਼ਾਂ ਅਗਰ ਸਾਰਾ ਪਿੰਡ ਦੱਸੇ ਉਹਨੂੰ ਕਿ ਤੈਨੂੰ ਆਹ ਖਾਣਾ ਚਾਹੀਦਾ, ਫਾਰਾ ਪੈ ਕੇ ਭਾਵੇਂ ਬੰਦਾ ਮਰ ਜਾਏ, ਪਰ ਸਲਾਹ ਸਾਰੇ ਦੇਣ ਜਾਂਦੇ ਸੀਗੇ ਕਿ ਤੂੰ ਐਸ ਵੈਦ ਕੋਲ ਜਾ, ਉਸ ਵੈਦ ਕੋਲ ਜਾ, ਐਸ ਡਾਕਟਰ ਕੋਲ ਜਾ, ਉਸ ਡਾਕਟਰ ਕੋਲ ਜਾ। ਹੁਣ ਪਤਾ ਲੱਗਦਾ ਵੀ ਕਿਹੜਾ ਬਿਮਾਰ ਹੈ ਕਿਹੜਾ ਨਹੀਂ। ਮੇਰੇ ਪਿਆਰੇ ਭੈਣੋ ਤੇ ਭਰਾਓ, ਸਾਨੂੰ ਆਪਣੇ ਗੁਆਂਢੀ ਦਾ ਨਾਂ ਨਹੀਂ ਪਤਾ। ਅਸੀਂ ਉਸ ਸਮੇਂ ਦੇ ਵਿੱਚ ਜੀ ਰਹੇ ਹਾਂ, ਔਰ ਇਹ ਨਿਸ਼ਾਨੀਆਂ ਆ, ਇਹ ਨਿਸ਼ਾਨੀਆਂ ਆ। ਇਨਸਾਨ ਆਪਣੇ ਲਈ ਚੀਜ਼ਾਂ ਵੀ ਉਹੀ ਬਣਾ ਰਿਹਾ ਕਿ ਜਿਹਦੇ ਨਾਲ ਉਹ ਆਪਣੇ ਆਪ 'ਚ ਬਿਜ਼ੀ ਹੁੰਦਾ ਜਾ ਰਿਹਾ। ਨਿਆਣੇ ਬੈਠੇ ਸਾਡੇ ਨਾਲ ਹੁੰਦੇ ਆ, ਉਹਨਾਂ ਨੇ ਹੱਥ ਦੇ ਵਿੱਚ ਇੱਦਾਂ ਫੜਿਆ ਹੁੰਦਾ ਤੇ ਐਂ ਕਰਦੇ ਆ ਕਿ ਨਹੀਂ, ਬੈਠੇ ਸਾਡੇ ਨਾਲ ਹੁੰਦੇ ਆ, ਲੇਕਿਨ ਕਿਹੜੀ ਦੁਨੀਆ 'ਚ ਬੈਠੇ ਹੁੰਦੇ ਆ? ਸਾਡੇ ਨਾਲ ਬੈਠੇ ਹੁੰਦੇ ਆ? ਨੋ। ਉਹੀ ਆਈਫੋਨ, ਆਈਪੈਡ, ਆਈ ਦਿਸ, ਆਈ ਦੈਟ। ਇਸ ਸਮੇਂ ਦੀਆਂ ਨਿਸ਼ਾਨੀਆਂ ਪ੍ਰਭੂ ਸਾਨੂੰ ਦੇ ਰਿਹਾ, ਔਰ ਕਹਿੰਦਾ ਕਿ ਇਹਦਾ ਇਹ ਸਮਝਿਓ ਕਿ ਉਹ ਆ ਹੀ ਨਹੀਂ ਰਿਹਾ, ਬੂਹੇ ਤੇ ਖੜਾ ਆ। ਦੇਖੋ, ਉਸ ਤੋਂ ਬਾਅਦ ਪ੍ਰਭੂ ਨੇ ਕਿਹਾ, ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗਦੂਤ, ਨਾ ਪੁੱਤਰ, ਸਿਵਾਏ ਪਿਤਾ ਇਕੱਲੇ ਦੇ। ਬਿਲਕੁਲ ਜਿਸ ਤਰ੍ਹਾਂ ਨੂਹ ਦੇ ਦਿਨਾਂ ਦੇ ਵਿੱਚ ਹੋਇਆ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਦੂਜੀ ਵਾਰ ਆਉਣਾ ਹੋਵੇਗਾ। ਲੋਕੀ ਉਹਨਾਂ ਦਿਨਾਂ ਦੇ ਵਿੱਚ ਅਰਥਾਤ ਹੜ੍ਹ ਆਉਣ ਤੋਂ ਪਹਿਲਾਂ ਤੱਕ ਖਾਂਦੇ ਪੀਂਦੇ, ਵਿਆਹ ਕਰਦੇ ਕਰਵਾਉਂਦੇ ਰਹੇ। ਇਹ ਸਭ ਨੂਹ ਦੀ ਬੇੜੀ ਦੇ ਵਿੱਚ ਚੜ੍ਹਨ ਵਾਲੇ ਦਿਨ ਤੱਕ ਹੁੰਦਾ ਰਿਹਾ। ਲੋਕ ਹੜ੍ਹ ਦੇ ਸਮੇਂ ਤੱਕ ਕੁਝ ਨਹੀਂ ਸੀ ਜਾਣਦੇ, ਜੋ ਆਇਆ ਤੇ ਸਭ ਨੂੰ ਰੋੜ ਕੇ ਲੈ ਗਿਆ। ਇਸ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਦੂਜੀ ਵਾਰ ਆਉਣਾ ਹੋਵੇਗਾ। ਉਸ ਸਮੇਂ ਪੈਲੀ ਦੇ ਵਿੱਚ ਦੋ ਆਦਮੀ ਕੰਮ ਕਰ ਰਹੇ ਹੋਣਗੇ, ਉਹਨਾਂ ਵਿੱਚੋਂ ਇੱਕ ਨੂੰ ਲੈ ਲਿਆ ਜਾਵੇਗਾ ਤੇ ਦੂਜਾ ਛੱਡ ਦਿੱਤਾ ਜਾਵੇਗਾ। ਦੋ ਔਰਤਾਂ ਚੱਕੀ ਪੀਂਦੀਆਂ ਹੋਣਗੀਆਂ, ਉਹਨਾਂ ਵਿੱਚੋਂ ਇੱਕ ਲੈ ਲਈ ਜਾਵੇਗੀ, ਦੂਜੀ ਛੱਡ ਦਿੱਤੀ ਜਾਵੇਗੀ। ਸਾਵਧਾਨ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਹੋ ਕਿ ਤੁਹਾਡਾ ਪ੍ਰਭੂ ਕਿਸ ਦਿਨ ਆਵੇਗਾ। ਸੋ ਯਾਦ ਰੱਖੋ, ਜੇਕਰ ਘਰ ਦਾ ਮਾਲਕ ਜਾਣਦਾ ਹੁੰਦਾ ਕਿ ਕਿਸ ਪਹਿਰ ਚੋਰ ਆ ਰਿਹਾ ਹੈ, ਤਾਂ ਉਹ ਜਾਗਦਾ ਰਹਿੰਦਾ ਅਤੇ ਆਪਣੇ ਘਰ ਸੰਨ ਨਾ ਲੱਗਣ ਦਿੰਦਾ। ਇਸ ਲਈ ਤੁਸੀਂ ਵੀ ਤਿਆਰ ਰਹੋ, ਕਿਉਂਕਿ ਮਨੁੱਖ ਦਾ ਪੁੱਤਰ ਉਸੇ ਘੜੀ ਆ ਰਿਹਾ ਹੈ ਜਿਸ ਬਾਰੇ ਤੁਸੀਂ ਨਹੀਂ ਸੋਚਦੇ। ਕਿਉਂ ਸਿਰਫ ਬਾਪ ਨੂੰ ਪਤਾ? ਕਿਉਂਕਿ ਕੀਮਤ ਬਾਪ ਨੇ ਦਿੱਤੀ ਆ, ਕੀਮਤ ਬਾਪ ਨੇ ਦਿੱਤੀ ਆ। ਔਰ ਅਸੀਂ ਇਸੇ ਵਚਨ ਦੇ ਹਿੱਸੇ ਤੋਂ ਪੜ੍ਹਿਆ ਕਿ ਜਦ ਤੱਕ ਵਚਨ ਧਰਤੀ ਦੀਆਂ ਕੋਨੇ ਤੱਕ ਪਹੁੰਚਾ ਨਾ ਦਿੱਤਾ ਜਾਵੇ, ਅੰਤ ਦੀ ਘੜੀ ਉਦ ਤੱਕ ਨਹੀਂ ਆਏਗੀ। ਬਾਪ ਹਰ ਇਨਸਾਨ ਨੂੰ ਮੌਕਾ ਦੇਣਾ ਮੰਗਦਾ, ਹਰ ਇਨਸਾਨ ਨੂੰ ਮੌਕਾ ਦੇਣਾ ਮੰਗਦਾ। ਬਾਪ ਦਾ ਗੁੱਸਾ ਸਾਡੇ ਗੁੱਸੇ ਵਰਗਾ ਨਹੀਂ ਕਿ 1 ਮਿੰਟ ਦੇ ਵਿੱਚ ਚੜ੍ਹਿਆ ਔਰ 1 ਮਿੰਟ ਦੇ ਵਿੱਚ ਉਤਰ ਗਿਆ। ਬਾਪ ਦਾ ਗੁੱਸਾ ਇਸ ਤਰ੍ਹਾਂ ਦਾ ਨਹੀਂ। ਉਹ ਪਵਿੱਤਰ ਆ, ਉਹ ਪਵਿੱਤਰ ਆ। ਅਪਵਿੱਤਰਤਾ ਨੂੰ ਉਹ ਪਸੰਦ ਨਹੀਂ ਕਰਦਾ, ਪਰ ਉਹ ਦਿਆਲੂ ਆ, ਕਿਰਪਾਲੂ ਆ। ਆਪਣੇ ਬੇਟੇ ਦੇ ਰਾਹੀਂ ਉਸਨੇ ਕੀਮਤ ਦਿੱਤੀ ਆ, ਔਰ ਉਹ ਚਾਹੁੰਦਾ ਕਿ ਉਸ ਕੀਮਤ ਨੂੰ ਵੱਧ ਤੋਂ ਵੱਧ ਲੋਕ ਪ੍ਰਾਪਤ ਕਰ ਸਕਣ। ਸਮੇਂ ਦਾ ਸਿਰਫ ਉਸ ਨੂੰ ਪਤਾ। ਸਮੇਂ ਦੇ ਵਿੱਚ ਆ ਕੇ ਉਸਨੇ ਸਿਰਫ ਤਲਵਾਰ ਗੱਡਣੀ ਹੈ ਕਿ that's it, it's done, this is it। ਉਹਨੇ ਕਹਿਣਾ ਕਿ ਬਸ ਪੂਰਾ ਹੋਇਆ। ਇੱਕ ਵਾਰੀ ਮਸੀਹ ਨੇ ਕਿਹਾ ਪੂਰਾ ਹੋਇਆ, ਇੱਕ ਵਾਰੀ ਹੁਣ ਬਾਪ ਨੇ ਕਹਿਣਾ ਪੂਰਾ ਹੋਇਆ। ਪਵਿੱਤਰ ਆਤਮਾ ਨੇ ਕਹਿਣਾ ਮੇਰਾ ਕੰਮ ਪੂਰਾ ਹੋਇਆ। ਮਸੀਹ ਨੇ ਆਪਣਾ ਕੰਮ ਪੂਰਾ ਕਰ ਦਿੱਤਾ।
ਪਵਿੱਤਰ ਆਤਮਾ ਨੇ ਕਹਿਣਾ ਕਿ ਮੇਰਾ ਵੀ ਕੰਮ ਪੂਰਾ ਹੋਇਆ, ਔਰ ਬਾਪ ਨੇ ਕਹਿਣਾ ਇਸ ਸਮਾਂ ਆ ਜਿਹੜਾ ਸਮਾਂ ਇਹ ਪੱਕ ਗਿਆ, ਇਹ ਵੀ ਪੂਰਾ ਹੋਇਆ, ਔਰ ਉਸ ਦਿਨ ਬਾਪ ਦਾ ਦਿਨ ਆਏਗਾ। ਸਾਨੂੰ ਇਸ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ, ਉਹ ਸਭ ਤੋਂ ਪਹਿਲੀ ਚੀਜ਼ ਜਿਹੜੀ ਸਿੱਖਣ ਨੂੰ ਮਿਲਦੀ ਆ ਉਹ ਹੈ ਸਾਵਧਾਨ ਰਹੋ। ਸਾਵਧਾਨ ਰਹੋ। ਕਿਹਨਾਂ ਤੋਂ? ਚਮਤਕਾਰਾਂ ਤੋਂ। ਬਹੁਤ ਸਾਰੇ ਚਮਤਕਾਰ ਇਹਨਾਂ ਦਿਨਾਂ ਦੇ ਵਿੱਚ ਹੋਣਗੇ। ਅਸੀਂ ਉਹਨਾਂ ਦਿਨਾਂ ਦੇ ਵਿੱਚ ਜੀ ਰਹੇ ਹਾਂ ਜਿਸ ਤੋਂ ਬਾਅਦ ਚਮਤਕਾਰ ਤੋਂ ਬਾਅਦ ਚਮਤਕਾਰ ਹੋਣਗੇ। ਆਪਣਾ ਧਿਆਨ ਚਮਤਕਾਰਾਂ ਦੇ ਵੱਲ ਨਾ ਲਾਓ। ਔਰ ਉਸ ਦਾ ਸਨੈਪਸ਼ਾਟ ਸਾਨੂੰ ਕੀ ਦਿੱਤਾ ਗਿਆ ਕਿ ਜਿਸ ਵੇਲੇ ਅਸੀਂ ਕੂਚ ਦੀ ਪੁਸਤਕ ਦੇ ਵਿੱਚ ਜਾਂਦੇ, ਉਹਨਾਂ ਲੋਕਾਂ ਦੇ ਲਈ ਚਮਤਕਾਰ ਤਾਂ ਬਹੁਤ ਹੋਏ, ਪਰ ਉਹ ਵਾਅਦੇ ਦੀ ਧਰਤੀ ਤੇ ਨਹੀਂ ਪਹੁੰਚੇ। ਚਮਤਕਾਰ ਉਹਨਾਂ ਦੇ ਲਈ ਬਹੁਤ ਹੋਏ, ਪੱਥਰ ਚੋਂ ਪਾਣੀ ਨਿਕਲਿਆ, ਅਸਮਾਨੋਂ ਮੰਨਾ ਬਰਿਆ, ਨਾ ਜੁੱਤੀ ਟੁੱਟੀ, ਨਾ ਕੱਪੜਾ ਫਟਿਆ। ਮੀਟ ਮੰਗਿਆ ਤੇ ਉਹ ਕੋਇਲਸ ਉੱਥੇ ਆਈਆਂ। ਕੋਇਲਸ ਕਹਿੰਦੇ ਤਿੱਤਰ ਨੂੰ ਜੋ ਸਾਡੇ ਮੁਲਕਾਂ ਦੇ ਵਿੱਚ ਪੈਦਾ ਹੁੰਦੇ ਆ, ਇਹਨਾਂ ਮੁਲਕਾਂ ਦੇ ਵਿੱਚ ਉਹ ਪਾਲੇ ਜਾਂਦੇ ਆ, ਜੰਗਲੀ ਨਹੀਂ ਪੈਦਾ ਹੁੰਦੇ। ਸਾਡੇ ਮੁਲਕਾਂ ਦੇ ਵਿੱਚੋਂ ਉੱਡ ਕੇ ਉਹ ਤਿੱਤਰ ਉਸ ਇਲਾਕੇ ਦੇ ਵਿੱਚ ਆਏ, ਉਹਨਾਂ ਨੇ ਰੱਜ ਕੇ ਖਾਧੇ। ਵਚਨ ਦੱਸਦਾ ਕਿ ਉਹਨਾਂ ਦੀਆਂ ਨਾਸਾਂ ਦੇ ਰਾਹੀਂ ਮੀਟ ਨਿਕਲਦਾ ਪਿਆ ਸੀ, ਉਹਨਾਂ ਨੇ ਇੰਨਾ ਖਾਧਾ। ਮਿਰਾਕਲ ਬਹੁਤ ਹੋਏ, ਪਰ ਵਾਅਦੇ ਦੀ ਧਰਤੀ ਤੇ ਨਹੀਂ ਪਹੁੰਚੇ, ਸਿਵਾਏ ਦੋ ਤੋਂ। ਪ੍ਰਭੂ ਨੇ ਆਪਣੇ ਵਚਨ ਨੂੰ ਰੱਖਣ ਦੀ ਖਾਤਰ, ਆਪਣੇ ਵਚਨ ਨੂੰ ਸੱਚਾ ਰੱਖਣ ਦੀ ਖਾਤਰ ਉਹਨਾਂ ਦੋਨਾਂ ਨੂੰ ਉੱਥੇ ਲੈ ਕੇ ਗਏ। ਉਹਨਾਂ 'ਚ ਪਵਿੱਤਰਤਾ ਕੋਈ ਨਹੀਂ ਸੀ, ਉਹਨਾਂ ਦੋਨਾਂ ਦੇ ਵਿੱਚ ਵੀ ਕੋਈ ਪਵਿੱਤਰਤਾ ਨਹੀਂ ਸੀ। ਸਿਰਫ ਆਪਣੇ ਵਚਨ ਨੂੰ ਸੱਚਾ ਰੱਖਣ ਦੀ ਖਾਤਰ ਪ੍ਰਭੂ ਉਹ ਦੋਵਾਂ ਨੂੰ ਉਸ ਧਰਤੀ ਦੇ ਉੱਤੇ ਲੈ ਕੇ ਗਿਆ। ਇੱਦਾਂ ਹੀ ਉਹ ਇਹ ਕਹਿ ਰਿਹਾ ਕਿ ਆਪਣੇ ਆਪ ਨੂੰ ਚਮਤਕਾਰਾਂ ਕਰਨ ਵਾਲਿਆਂ ਤੋਂ ਬਚਾਓ। ਆਪਣੇ ਆਪ ਨੂੰ ਝੂਠੇ ਜਿਹੜੇ ਪ੍ਰਭੂ ਦੇ ਨਾਂ ਤੇ ਆਉਣਗੇ, ਇਹਨਾਂ ਦਿਨਾਂ ਵਿੱਚ ਬਹੁਤ ਆ, ਬਚਾ ਕੇ ਰੱਖੋ। ਸਾਵਧਾਨ ਰਹੋ। ਕੰਨਾਂ ਦੇ ਨਾਲ ਵੀ ਸੁਣੋ ਔਰ ਦਿਲ ਦੇ ਨਾਲ ਵੀ ਸੁਣੋ, ਔਰ ਆਤਮਾ ਨੂੰ ਪੁੱਛੋ ਕਿ ਸੱਚਮੁੱਚ ਜੋ ਇਹ ਬੰਦਾ ਕਹਿ ਰਿਹਾ ਸੱਚ ਆ। ਬੜੀਆਂ ਝੂਠੀਆਂ ਸਿੱਖਿਆਵਾਂ ਦੇਣਗੇ, ਬੜੀਆਂ ਆਪਣੇ ਕੋਲੋਂ ਬਣਾ ਕੇ ਦੇਣਗੇ, ਬੜੀਆਂ ਤੁਹਾਨੂੰ ਪ੍ਰਭੂ ਦੀਆਂ ਜੋ ਬਰਕਤਾਂ ਦਿੱਤੀਆਂ ਉਹਨਾਂ ਤੋਂ ਦੂਰ ਕਰ ਦੇਣਗੇ। ਪ੍ਰਭੂ ਯਿਸੂ ਮਸੀਹ ਨੇ ਜਿਹੜੀ ਸਭ ਤੋਂ ਵੱਡੀ ਇਨਸਾਨ ਨੂੰ ਬਰਕਤ ਦਿੱਤੀ ਆ, ਉਹ ਪਿਆਲਾ ਦਿੱਤਾ ਉਸਨੇ, ਉਹ ਰੋਟੀ ਉਸਨੇ ਦਿੱਤੀ ਆ, ਇਹ ਮੇਰਾ ਸਰੀਰ, ਇਸ ਨੂੰ ਖਾਓ, ਇਹ ਮੇਰਾ ਖੂਨ ਹੈ, ਇਸ ਨੂੰ ਪੀਓ। ਕਿਹਨੂੰ ਪਿਲਾਇਆ ਉਸਨੇ ਉਹ ਖੂਨ? ਕਿਸ ਨੂੰ ਖਿਲਾਈ ਉਹ ਰੋਟੀ? ਉਹ 12 ਪਵਿੱਤਰ ਸੀ ਜਿਨ੍ਹਾਂ ਨੂੰ ਖਿਲਾਈ ਆ? ਉਹਨਾਂ 'ਚ ਕੋਈ ਵੀ ਪਵਿੱਤਰ ਸੀ? ਇੱਕ ਨੇ ਵੇਚ ਦਿੱਤਾ, ਇੱਕ ਨੇ ਉਸਦੇ ਮੂੰਹ ਦੇ ਉੱਤੇ 3 ਵਾਰ ਇਨਕਾਰ ਕਰ ਦਿੱਤਾ, ਬਾਕੀ ਦੇ ਦੌੜ ਗਏ ਉਹਨਾਂ ਨੂੰ ਖਿਲਾ ਰਿਹਾ। ਤੇ ਜੇ ਉਹ ਖਾ ਸਕਦੇ, ਜੇ ਪ੍ਰਭੂ ਆਪ ਉਹਨਾਂ ਨੂੰ ਖਿਲਾ ਸਕਦਾ, ਤੇ ਅਸੀਂ ਉਸ ਦੀ ਕਲੀਸਿਆ ਕਿਉਂ ਨਹੀਂ ਖਾ ਸਕਦੇ? ਤੁਹਾਨੂੰ ਇਹ ਤੋਂ ਦੂਰ ਕਰ ਦੇਣਗੇ। ਪਖੰਡਵਾਦ ਇਸ ਦੇ ਵਿੱਚ ਸ਼ੁਰੂ ਕਰ ਲੈਣਗੇ। ਇੱਕੋ ਹੀ ਕੌਲੀ 'ਚੋਂ ਖਾਣਾ ਚਾਹੀਦਾ, ਇੱਕੋ ਹੀ ਪਿਆਲੇ 'ਚੋਂ ਪੀਣਾ ਚਾਹੀਦਾ। ਇੱਦਾਂ ਦੇ ਪਖੰਡਵਾਦ 'ਚ ਤੁਹਾਨੂੰ ਫਸਾ ਲੈਣਗੇ। ਬਚ ਕੇ ਰਹੋ, ਸਾਵਧਾਨ ਰਹੋ। ਇਹ ਅੰਤ ਦੇ ਸਮੇਂ ਦੀਆਂ ਨਿਸ਼ਾਨੀਆਂ ਆ, ਇਹਨਾਂ ਦਾ ਪੂਰਾ ਹੋਣਾ ਜ਼ਰੂਰੀ ਆ। ਪ੍ਰਭੂ ਇਹਨਾਂ ਨੂੰ ਪੂਰਾ ਹੋਣ ਦੇਗਾ। ਕਿਉਂ ਉਹ ਲੋਕ ਆ ਰਹੇ ਆ, ਕਿਉਂ ਉਹ ਲੋਕ ਕਾਮਯਾਬ ਹੋ ਰਹੇ ਆਪਣੇ ਕੰਮ 'ਚ? ਪ੍ਰਭੂ ਹੋ ਲੈਣ ਦੇਗਾ। ਆਪਣੀ ਜਾਨ ਨੂੰ, ਆਪਣੀ ਆਤਮਾ ਨੂੰ ਬਚਾ ਕੇ ਰੱਖੋ। ਅਗਲੀ ਚੀਜ਼, ਹਮੇਸ਼ਾ ਤਿਆਰ ਰਹੋ। ਕੋਈ ਵੀ ਸਮਾਂ ਹੋ ਸਕਦਾ ਕਿ ਬਾਪ ਆ ਸਕਦਾ, ਕੋਈ ਵੀ ਸਮਾਂ ਕਿ ਬਾਪ ਬੇਟੇ ਨੂੰ ਕਹਿ ਦੇਵੇ ਕਿ ਦਿਸ ਇਜ਼ ਇਟ, ਇਟਸ ਫਿਨਿਸ਼ਡ। ਔਰ ਕੀ ਕਹਿ ਰਿਹਾ? 2 ਜਾਣੇ ਚੱਕੀ ਪੀ ਰਹੇ ਹੋਣਗੇ, ਇੱਕ ਉਠਾ ਲਿਆ ਜਾਏਗਾ, ਇੱਕ ਰਹਿ ਜਾਏਗਾ। 2 ਜਾਣੇ ਖੇਤ ਦੇ ਵਿੱਚ ਕੰਮ ਕਰ ਰਹੇ ਹੋਣਗੇ, ਇੱਕ ਉਠਾ ਲਿਆ ਜਾਏਗਾ, ਇੱਕ ਰਹਿ ਜਾਏਗਾ। ਧਿਆਨ ਦੇ ਨਾਲ ਦੇਖੋ, ਇਹ ਦੋਨੋਂ ਇਕੱਠੇ ਆ, ਇੱਕੋ ਹੀ ਜਗ੍ਹਾ ਦੇ ਵਿੱਚ ਆ, ਦੋਨੋਂ ਹੀ ਚਰਚ ਵਿੱਚ ਆ। ਇੱਕ ਰਹਿ ਜਾਏਗਾ, ਇੱਕ ਉਠਾ ਲਿਆ ਜਾਏਗਾ। ਆਪਣਾ ਧਿਆਨ ਪ੍ਰਭੂ ਦੀ ਆਮਦ ਦੇ ਉੱਤੇ ਲਾ ਕੇ ਰੱਖੋ। ਪ੍ਰਭੂ ਯਿਸੂ ਮਸੀਹ ਨੇ ਆਪਣੀ ਮੌਤ ਤੋਂ 1 ਮਹੀਨਾ ਪਹਿਲਾਂ ਆਪਣੇ ਚੇਲਿਆਂ ਨੂੰ ਇਹ ਸਿੱਖਿਆ ਦਿੱਤੀ, ਜਿਸ ਨੂੰ ਅਸੀਂ ਦੇਖ ਰਹੇ ਹਾਂ। ਚਰਚ, ਕਿਉਂ ਨਾ ਅਸੀਂ ਬਹੁਤੀਆਂ ਚੀਜ਼ਾਂ ਜੋ ਪ੍ਰਭੂ ਦੇ ਵੱਲੋਂ ਨਹੀਂ, ਉਹਨਾਂ ਨੂੰ ਆਪਣੀ ਜ਼ਿੰਦਗੀ 'ਚੋਂ ਦੂਰ ਕਰੀਏ, ਸਾਫ਼ ਕਰੀਏ, ਕਿ ਜਿਹੜੀਆਂ ਪ੍ਰਭੂ ਦੀਆਂ ਪਵਿੱਤਰ ਚੀਜ਼ਾਂ ਜੋ ਉਹ ਸਾਡੀ ਜ਼ਿੰਦਗੀ ਦੇ ਵਿੱਚ ਚਾਹੁੰਦਾ, ਉਹਨਾਂ ਨੂੰ ਪਾ ਸਕੇ। ਆਮੇਨ। ਆਓ ਦੁਆ ਕਰੀਏ। ਪ੍ਰਭੂ ਜੀ, ਤੇਰਾ ਸ਼ੁਕਰ ਕਰਦੇ ਹਾਂ ਕਿ ਅਸੀਂ ਤੇਰੇ ਨਾਮ ਨੂੰ ਉੱਚਾ ਕਰ ਸਕਦੇ ਹਾਂ।
ਸੱਚਮੁੱਚ ਇਸ ਵਚਨ ਦੇ ਨਾਲ ਤੂੰ ਸਾਡੀਆਂ ਕੰਨਾਂ ਨੂੰ ਖੋਲੀ, ਸਾਡੀਆਂ ਅੱਖਾਂ ਨੂੰ ਖੋਲੀ। ਗੀਤ ਦੇ ਨਾਲ ਜੋ ਅਸੀਂ ਹੁਣ ਤੇਰੇ ਨਾਮ ਨੂੰ ਉੱਚਾ ਕਰਾਂਗੇ ਪ੍ਰਭੂ ਜੀ, ਹੁਣ ਜਿਸ ਤਰ੍ਹਾਂ ਸਾਡੇ ਸ਼ਬਦ, ਸਾਡੇ ਬੋਲ, ਸਾਡਾ ਮੂੰਹ ਗਾਏ, ਬਾਕੀ ਦਾ ਦਿਨ ਸਾਡੀ ਆਤਮਾ ਇਸੇ ਤਰ੍ਹਾਂ ਹੀ ਤੇਰੇ ਨਾਮ ਨੂੰ ਗਾਏ, ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ 'ਚ ਆਮੀਨ। ਪ੍ਰਭੂ ਜੀ ਤੇਰਾ ਸ਼ੁਕਰ ਹੈ ਕਿ ਤੂੰ ਸਾਨੂੰ ਆਪਣੇ ਘਰ ਆਉਣ ਦਾ ਮੌਕਾ ਦਿੱਤਾ। ਹੁਣ ਤੂੰ ਸਾਨੂੰ ਇਸੇ ਹੀ ਖੁਸ਼ੀ ਦੇ ਨਾਲ ਭਰ ਕੇ ਘੱਲੀ। ਖੁਦਾਵੰਦ, ਇੱਕ ਸਾਡੀ ਖੁਸ਼ੀ, ਇੱਕ ਤੇਰੀ ਖੁਸ਼ੀ। ਤੇਰੇ ਘਰ 'ਚੋਂ ਹੁਣ ਅਸੀਂ ਤੇਰੀ ਖੁਸ਼ੀ ਲੈ ਕੇ ਜਾਈਏ। ਆਪਣੇ ਬੱਚਿਆਂ ਦੇ ਨਾਲ ਬਣਿਆ ਰਹੀਂ। ਹੇ ਖੁਦਾਵੰਦ, ਤੂੰ ਸਾਡੇ ਤੇ ਰਹਿਮ ਕਰੀਂ ਕਿ ਅਸੀਂ ਸਾਵਧਾਨ ਰਹੀਏ ਆਪਣੀ ਆਤਮਾ ਦੇ ਲਈ, ਔਰ ਪ੍ਰਭੂ ਜੀ ਸਭ ਤੋਂ ਜ਼ਿਆਦਾ ਆਪਣੀ ਮਸੀਹੀ ਜ਼ਿੰਦਗੀ ਦੇ ਲਈ। ਆਪਣੇ ਬੱਚਿਆਂ ਦੇ ਨਾਲ ਤੂੰ ਬਣਿਆ ਰਹੀਂ, ਇਹਨਾਂ ਦੀ ਰਾਖੀ ਅੱਗਿਓਂ ਪਿੱਛਿਓਂ ਸੱਜਿਓਂ ਖੱਬਿਓਂ ਔਰ ਉੱਪਰੋਂ, ਔਰ ਪ੍ਰਭੂ ਜੀ ਪਵਿੱਤਰ ਆਤਮਾ ਦੇ ਨਾਲ ਸਾਡੇ ਅੰਦਰੋਂ ਕਰੀਂ। ਤੇਰੀ ਨਿਗਾਹਬਾਨੀ ਸਾਡੇ ਤੇ ਲੱਗੀ ਰਹੇ। ਬਾਪ, ਬੇਟਾ, ਪਵਿੱਤਰ ਆਤਮਾ, ਹੇ ਪ੍ਰਭੂ ਜੀ ਇਹਨਾਂ ਦੇ ਨਾਲ ਤੂੰ ਸਾਡੀ ਸੰਭਾਲ ਕਰੀਂ। ਦੁਆ ਕਰਦੇ ਹਾਂ ਖੁਦਾਵੰਦ ਕਿ ਇਸ ਆਉਣ ਵਾਲੇ ਹਫ਼ਤੇ ਨੂੰ ਤੇਰੀਆਂ ਹੱਥਾਂ 'ਚ ਦਿੰਦੇ ਹਾਂ ਪ੍ਰਭੂ ਜੀ। ਸਾਡੀ ਦੇਖਣੀ, ਸੁਣਨੀ ਔਰ ਸਭ ਤੋਂ ਜ਼ਿਆਦਾ ਸਾਡੇ ਚਾਲ ਚੱਲਣ ਦੇ ਵਿੱਚ ਤੇਰੀ ਪਵਿੱਤਰਤਾ ਹੋਏ, ਤੇਰਾ ਡਰ ਹੋਏ। ਹੇ ਪ੍ਰਭੂ ਜੀ, ਸਾਨੂੰ ਆਪਣੀ ਸੋਚ, ਸਾਡੀ ਸੋਚ ਨੂੰ ਆਪਣਿਆਂ ਹੱਥਾਂ ਦੇ ਵਿੱਚ ਰੱਖੀ, ਔਰ ਪ੍ਰਭੂ ਜੀ ਤੂੰ ਸਾਨੂੰ ਆਪਣਾ ਬਣਾ ਕੇ ਰੱਖੀ। ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ। ਇਹ ਸਭ ਕੁਝ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਔਰ ਸਾਰੀ ਸੰਗਤ ਕਹੇ ਹੇ ਖੁਦਾਵੰਦ, ਹੁਣ ਤੂੰ ਸਾਨੂੰ ਮੌਕਾ ਦੇਂਗਾ ਕਿ ਅਸੀਂ ਜੋ ਤੂੰ ਸਾਨੂੰ ਖਾਣ ਨੂੰ ਬਖਸ਼ਿਆ ਬੈਠ ਕੇ ਖਾਈਏ। ਜਿਸ ਕਮਾਈ ਦੇ ਵਿੱਚੋਂ ਆਇਆ ਉਸ ਕਮਾਈ ਨੂੰ ਬਰਕਤ ਪਾਈ, ਔਰ ਪ੍ਰਭੂ ਜੀ ਜਿਨ੍ਹਾਂ ਹੱਥਾਂ ਨੇ ਬਣਾਇਆ ਉਹਨਾਂ ਹੱਥਾਂ ਦੇ ਉੱਤੇ ਪ੍ਰਭੂ ਜੀ ਤੇਰਾ ਰਹਿਮ ਔਰ ਤੰਦਰੁਸਤੀ ਬਣੀ ਰਹੇ। ਪਰ ਪ੍ਰਭੂ ਜੀ ਅਸੀਂ ਇਹ ਮੰਗਦੇ ਕਿ ਇਸ ਸਮੇਂ ਦੇ ਵਿੱਚ ਵੀ ਤੇਰਾ ਨਾਮ ਉੱਚਾ ਹੋਏ। ਸਾਡੇ ਵਿੱਚੋਂ ਬਹੁਤੇ ਆਪਣੀ ਕਮਾਈ 'ਚੋਂ ਤੇਰੇ ਘਰ ਦੇ ਲਈ ਲੈ ਕੇ ਆਏ ਆ ਪ੍ਰਭੂ ਜੀ, ਜਿਸ ਨਾਲ ਤੇਰੇ ਘਰ ਦੀਆਂ ਜ਼ਰੂਰਤਾਂ ਔਰ ਪ੍ਰਭੂ ਜੀ ਬਹੁਤਿਆਂ ਲੋਕਾਂ ਤੱਕ ਉਹ ਜਾਏਗਾ। ਪ੍ਰਭੂ ਜੀ ਉਹਨਾਂ ਦੀਆਂ ਕਮਾਈਆਂ 'ਚ ਬਰਕਤਾਂ ਪਾਈ। ਸਭ ਨੂੰ ਪ੍ਰਭੂ ਜੀ ਤੂੰ ਦਈ। ਸਭ ਦੇ ਹੱਥ ਸਿਰਫ ਤੇਰੇ ਵੱਲ ਅੱਡੇ ਰਹਿਣ ਔਰ ਹਮੇਸ਼ਾ ਦਿੰਦੇ ਰਹਿਣ। ਇਹ ਸਭ ਕੁਝ ਅਸੀਂ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ 'ਚ ਮੰਗਦੇ ਹਾਂ, ਔਰ ਸਾਰੀ ਸੰਗਤ ਕਹੇ ਖੁਦਾਵੰਦ ਤੁਹਾਨੂੰ ਆਪਣੀ ਸ਼ਾਂਤੀ, ਆਪਣਾ ਆਰਾਮ ਔਰ ਆਪਣਾ ਪਿਆਰ ਇਹਨਾਂ ਚੀਜ਼ਾਂ ਦੇ ਵਿੱਚ ਬਣਾ ਕੇ ਰੱਖੇ, ਆਪਣੇ ਲਈ ਔਰ ਦੂਸਰਿਆਂ ਦੇ ਲਈ, ਯਿਸੂ ਦੇ ਨਾਮ।